ਹੈਲੋ ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪਿਆਰੇ ਵਿਦਿਆਰਥੀਓ, ਮੇਰੇ ਇਸ ਵੀਡੀਓ 'ਚ ਤੁਹਾਡਾ ਸਵਾਗਤ ਹੈ। ਇਹ +2 ਪੋਲੀਟੀਕਲ ਸਾਇੰਸ ਲਈ ਵੀਡੀਓ ਹੈ ਤੇ ਇੱਕ ਗੈਸਟ ਪੇਪਰ ਤੁਸੀਂ ਸਮਝ ਸਕਦੇ ਹੋ। ਕਿਸੇ ਅਧਿਆਪਕ ਨੇ ਪੋਲੀਟੀਕਲ ਸਾਇੰਸ ਲੈਕਚਰਰ ਨੇ ਕੁਐਸਚਨ ਪੇਪਰ ਤਿਆਰ ਕੀਤਾ ਹੋਇਆ। ਰੈਂਡਮ ਟੈਸਟ ਹੈ ਇਹ, ਇਸ ਕਰਕੇ ਤੁਹਾਨੂੰ ਇਸ ਟੈਸਟ ਦੇਣਾ ਚਾਹੀਦਾ। ਇਸ ਵੀਡੀਓ ਨੂੰ ਵੇਖ ਕੇ ਜਿਹੜੇ ਕੁਐਸਚਨ ਨੇ ਇਹ ਵੀ ਯਾਦ ਕਰਨੇ ਚਾਹੀਦੇ ਨੇ, ਇੰਪਾਰਟੈਂਟ ਕੁਐਸਚਨ ਨੇ। ਠੀਕ ਹੈ, ਅਤੇ ਆਓ ਆਪਾਂ ਜ਼ਿਆਦਾ ਸਮਾਂ ਨਾ ਉਗਾਉਂਦੇ ਹੋਏ ਜਿਹੜੇ ਇਹਦੇ ਕੁਐਸਚਨ ਆਨਸਰ ਨੇ ਉਹ ਆਪਾਂ ਦੇਖੀਏ ਕੀ ਕੁਐਸਚਨ ਨੇ ਅਤੇ ਉਹਨਾਂ ਦੇ ਕੀ ਆਨਸਰ ਨੇ। ਸੋ ਪਹਿਲਾ ਪ੍ਰਸ਼ਨ ਹੈ, ਲਿਬਰਲਿਜ਼ਮ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਤੋਂ ਹੋਈ? ਤੁਹਾਨੂੰ ਸਾਰਿਆਂ ਨੂੰ ਪਤਾ ਲੈਟਿਨ ਭਾਸ਼ਾ ਤੋਂ ਹੋਈ। ਇਹਦਾ ਉੱਤਰ ਲੈਟਿਨ ਭਾਸ਼ਾ ਹੈ, ਪਹਿਲੇ ਪ੍ਰਸ਼ਨ ਉੱਤਰ। ਦੂਜਾ ਕੁਐਸਚਨ, ਕਾਰਲ ਮਾਰਕਸ ਰਚਿਤ ਪੁਸਤਕ ਦਾ ਨਾਮ ਦੱਸੋ? ਇਹਦਾ ਉੱਤਰ ਹੈਗਾ ਕਾਰਲ ਮਾਰਕਸ ਰਚਿਤ ਪੁਸਤਕ ਦਾ ਨਾਮ ਦੱਸੋ? ਦਾਸ ਕੈਪੀਟਲ। ਨੈਕਸਟ ਹੈਗਾ ਜੀ, ਇਸ ਤੋਂ ਬਾਅਦ ਤੀਜਾ ਪ੍ਰਸ਼ਨ, ਗਾਂਧੀ ਜੀ ਨੂੰ ਮਹਾਤਮਾ ਗਾਂਧੀ ਦੀ ਉਪਾਧੀ ਕਿਸ ਨੇ ਦਿੱਤੀ? ਮਹਾਤਮਾ ਗਾਂਧੀ ਦੀ ਉਪਾਧੀ ਰਵਿੰਦਰ ਨਾਥ ਟੈਗੋਰ ਨੇ ਦਿੱਤੀ। ਸੋ ਇਹਦਾ ਉੱਤਰ ਹੈਗਾ ਮਹਾਤਮਾ ਗਾਂਧੀ ਨੂੰ ਮਹਾਤਮਾ ਦੀ ਉਪਾਧੀ ਜਿਹੜੀ ਰਵਿੰਦਰ ਨਾਥ ਟੈਗੋਰ ਨੇ ਦਿੱਤੀ। ਚੌਥਾ ਪ੍ਰਸ਼ਨ, ਨੌਕਰਸ਼ਾਹੀ ਨੂੰ ਕਿਹੜੇ ਨਾਂ ਨਾਲ ਨਹੀਂ ਜਾਣਿਆ ਜਾਂਦਾ? ਨੌਕਰਸ਼ਾਹੀ ਨੂੰ ਅਸੈਨਿਕ ਸੇਵਾਵਾਂ ਵੀ ਕਹਿੰਦੇ ਨੇ, ਪ੍ਰਸ਼ਾਸਕੀ ਅਧਿਕਾਰੀ ਵੀ ਕਹਿੰਦੇ ਨੇ, ਸਥਾਈ ਕਾਰਜਪਾਲਿਕਾ ਵੀ ਕਹਿੰਦੇ ਨੇ, ਪਰ ਨੌਕਰਸ਼ਾਹੀ ਨੂੰ ਰਾਜਨੀਤਿਕ ਕਾਰਜਪਾਲਿਕਾ ਨਹੀਂ ਕਹਿੰਦੇ। ਸੋ ਇਹੀ ਇਹਦਾ ਉੱਤਰ ਹੈ। ਪੰਜਵਾਂ ਪ੍ਰਸ਼ਨ, ਭਾਰਤ ਵਿੱਚ ਕਿਹੜੀ ਦਲ ਪ੍ਰਣਾਲੀ ਹੈ? ਭਾਰਤ ਵਿੱਚ ਬਹੁਦਲ ਪ੍ਰਣਾਲੀ ਹੈ। ਬਹੁਤ ਸੌਖਾ ਪ੍ਰਸ਼ਨ ਹੈ ਤੁਹਾਡੇ ਲਈ। ਛੇਵਾਂ ਪ੍ਰਸ਼ਨ, ਸਭ ਤੋਂ ਜ਼ਿਆਦਾ ਦਬਾਓ ਸਮੂਹ ਕਿਹੜੇ ਦੇਸ਼ ਵਿੱਚ ਪਾਏ ਜਾਂਦੇ ਹਨ? ਅਮਰੀਕਾ ਉਹ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਦਬਾਓ ਸਮੂਹ ਪਾਏ ਜਾਂਦੇ ਨੇ। ਸ਼ਾਬਾਸ਼, ਅੱਗੇ ਚਲੋ ਜੀ। ਸੱਤਵਾਂ ਪ੍ਰਸ਼ਨ, ਭਾਰਤ ਵਿੱਚ ਨਾਮ ਮਾਤਰ ਕਾਰਜਪਾਲਿਕਾ ਕੌਣ ਹੈ? ਸਾਰਿਆਂ ਨੂੰ ਪਤਾ, ਭਾਰਤ ਦਾ ਰਾਸ਼ਟਰਪਤੀ ਭਾਰਤ ਵਿੱਚ ਨਾਮ ਮਾਤਰ ਕਾਰਜਪਾਲਿਕਾ। ਪੇਂਡੂ ਪੰਚਾਇਤੀ ਰਾਜ ਸੰਬੰਧੀ ਸੰਵਿਧਾਨਕ ਸੋਧ ਕਿਹੜੀ ਹੈ? 73ਵੀਂ ਸੋਧ ਹੈ ਬੱਚਿਓ। ਅਗਲਾ ਪ੍ਰਸ਼ਨ, ਭਾਰਤ ਵਿੱਚ ਚੋਣਾਂ ਦਾ ਪ੍ਰਬੰਧ ਕੌਣ ਕਰਦਾ? ਭਾਰਤ ਵਿੱਚ ਚੋਣਾਂ ਦਾ ਪ੍ਰਬੰਧ ਜਿਹੜਾ ਚੋਣ ਆਯੋਗ ਕਰਦਾ ਵਾ, ਇਲੈਕਸ਼ਨ ਕਮਿਸ਼ਨ ਕਰਦਾ ਹੈ। 10ਵਾਂ ਪ੍ਰਸ਼ਨ, ਭਾਰਤ ਵਿੱਚ ਰਾਸ਼ਟਰੀ ਏਕੀਕਰਨ ਪ੍ਰੀਸ਼ਦ ਦੀ ਸਥਾਪਨਾ ਕਦੋਂ ਹੋਈ? ਭਾਰਤ ਵਿੱਚ ਰਾਸ਼ਟਰੀ ਏਕੀਕਰਨ ਦੀ ਸਥਾਪਨਾ 1961-62 ਵਿੱਚ ਹੋਈ ਸੀ। ਸੋ ਇਹੀ ਇਹਦਾ ਸਹੀ ਉੱਤਰ ਹੈ। ਭਾਰਤ ਦਾ ਪੰਚਸ਼ੀਲ ਸਮਝੌਤਾ ਕਿਸ ਦੇਸ਼ ਨਾਲ ਹੋਇਆ? ਭਾਰਤ ਦਾ ਪੰਚਸ਼ੀਲ ਸਮਝੌਤਾ ਜਿਹੜਾ ਇਹ ਚੀਨ ਨਾਲ ਹੋਇਆ ਸੀ। ਤੁਹਾਨੂੰ ਪਤਾ 29 ਅਪ੍ਰੈਲ 1954 ਨੂੰ 1954 ਵਿੱਚ ਇਹ ਸਮਝੌਤਾ ਹੋਇਆ ਸੀ। 12ਵਾਂ ਪ੍ਰਸ਼ਨ, ਸਰਵ ਭਾਰਤੀ ਸੇਵਾਵਾਂ ਦੀ ਮੁੱਢਲੀ ਉਮਰ ਕਿੰਨੀ ਹੈ? ਐਂਟਰੀ ਉਮਰ ਜਿਹੜੀ ਹੈ ਉਹ 21 ਸਾਲ ਹੈ। 13ਵਾਂ ਪ੍ਰਸ਼ਨ, ਵਿਸ਼ਵ ਵਪਾਰ ਸੰਗਠਨ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਸਥਾਪਨਾ ਕਦੋਂ ਹੋਈ? ਇਹ 1995 ਚ ਹੋਈ ਸੀ। ਅਕਾਲੀ ਦਲ ਦਾ ਚੋਣ ਨਿਸ਼ਾਨ ਕੀ ਹੈ? ਤੱਕੜੀ ਹੈ। ਫੀਡਬੈਕ ਲੂਪ ਵਿਵਸਥਾ ਦੀ ਧਾਰਨਾ ਕਿਸ ਨੇ ਦਿੱਤੀ? ਡੇਵਿਡ ਈਸਟਨ ਨੇ। ਹੇਠ ਲਿਖਿਆਂ ਵਿੱਚੋਂ ਕਿਹੜਾ ਗਾਂਧੀ ਜੀ ਦਾ ਵਿਚਾਰ ਨਹੀਂ ਹੈ? ਹਿੰਸਾ ਗਾਂਧੀ ਜੀ ਦਾ ਵਿਚਾਰ ਨਹੀਂ ਹੈ। ਮਹਾਤਮਾ ਗਾਂਧੀ ਜੀ ਅਹਿੰਸਾ ਦੀ, ਹਿਜਰਤ ਦੀ, ਸੱਤਿਆਗ੍ਰਹਿ ਦੀ ਗੱਲ ਕਰਦੇ ਆ, ਪਰ ਹਿੰਸਾ ਦੀ ਗੱਲ ਕਦੇ ਨਹੀਂ ਕਰਦੇ। 17ਵਾਂ ਪ੍ਰਸ਼ਨ, ਰਾਜਾਂ ਵਿੱਚ ਰਾਸ਼ਟਰਪਤੀ ਰਾਜ ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਲਗਾਇਆ ਜਾਂਦਾ? ਧਾਰਾ 356 ਅਨੁਸਾਰ। ਭਾਰਤ ਵਿੱਚ ਪੰਚਾਇਤੀ ਰਾਜ ਸਭ ਤੋਂ ਪਹਿਲਾਂ ਕਿਸ ਰਾਜ ਵਿੱਚ ਸ਼ੁਰੂ ਹੋਇਆ? ਰਾਜਸਥਾਨ ਵਿੱਚ 2 ਅਕਤੂਬਰ 1959 1959। ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਅਸਲੀ ਕਾਰਜਪਾਲਿਕਾ ਕੌਣ ਹੈ? ਅਸਲੀ ਕਾਰਜਪਾਲਿਕਾ ਪ੍ਰਧਾਨ ਮੰਤਰੀ ਤੇ ਮੰਤਰੀ ਪਰਿਸ਼ਦ ਹੁੰਦਾ ਵਾ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ। 20ਵਾਂ ਪ੍ਰਸ਼ਨ, ਭਾਰਤ ਵਿੱਚ ਮਤਦਾਨ ਲਈ ਕਿੰਨੀ ਉਮਰ ਜ਼ਰੂਰੀ ਹੈ? 18 ਸਾਲ ਉਮਰ ਜ਼ਰੂਰੀ ਹੈ ਵੋਟਿੰਗ ਵਾਸਤੇ ਭਾਰਤ ਵਿੱਚ। ਬੇਟਾ ਇਹ ਸੀਗੇ 20 ਪ੍ਰਸ਼ਨ ਛੋਟੇ। ਉਸ ਤੋਂ ਬਾਅਦ 18 ਸਾਲ। 21ਵਾਂ ਪ੍ਰਸ਼ਨ, ਸ਼ਹਿਰੀ ਸਥਾਨਕ ਸਵੈ ਸ਼ਾਸਨ ਦੀ ਪ੍ਰਣਾਲੀ ਨਾਲ ਸੰਬੰਧਿਤ ਸੋਧ ਕਿਹੜੀ ਹੈ? ਤੁਹਾਨੂੰ ਪਤਾ ਸ਼ਹਿਰੀ ਸਥਾਨਕ ਸਵੈ ਸ਼ਾਸਨ ਨਾਲ ਸੋਧ ਹੈਗੀ 74ਵੀਂ 74th ਜਿਹੜੀ ਸੋਧ ਹੈ ਉਹ ਉਹਦੇ ਨਾਲ ਸੰਬੰਧਿਤ ਹੈ। 22ਵਾਂ ਪ੍ਰਸ਼ਨ, ਨੌਕਰਸ਼ਾਹੀ ਦੀ ਭਰਤੀ ਕਿਸ ਦੁਆਰਾ ਕੀਤੀ ਜਾਂਦੀ ਹੈ? ਨੌਕਰਸ਼ਾਹੀ ਦੀ ਭਰਤੀ ਜਿਹੜੀ ਹੈ ਭਾਰਤ ਵਿੱਚ ਖਾਸ ਤੌਰ 'ਤੇ UPSC ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਕੀਤੀ ਜਾਂਦੀ ਹੈ। 23ਵਾਂ ਪ੍ਰਸ਼ਨ, ਪਰੰਪਰਾਵਾਦੀ ਰਾਜਨੀਤਿਕ ਵਿਗਿਆਨ ਵਿੱਚ ਕਿਸ ਨੂੰ ਕੇਂਦਰੀ ਵਿਸ਼ਾ ਮੰਨਿਆ ਜਾਂਦਾ? ਪਰੰਪਰਾਵਾਦੀ ਰਾਜਨੀਤਿਕ ਵਿਗਿਆਨ ਪੋਲੀਟੀਕਲ ਸਾਇੰਸ ਜਿਹੜੇ ਪਰੰਪਰਾਵਾਦੀ ਸੀਗੇ ਉਹ ਰਾਜ ਦੇ ਸਰਕਾਰ ਨੂੰ ਕੇਂਦਰੀ ਵਿਸ਼ਾ ਮੰਨਦੇ ਸੀ ਪੋਲੀਟੀਕਲ ਸਾਇੰਸ ਦਾ। 24ਵਾਂ ਪ੍ਰਸ਼ਨ, ਮਾਰਕਸਵਾਦ ਡੈਸ਼ ਦੇ ਵਿਰੁੱਧ ਹੈ? ਮਾਰਕਸਵਾਦ ਧਰਮ ਦੇ ਵਿਰੁੱਧ ਵੀ ਇਹਦਾ ਉੱਤਰ ਧਰਮ ਵੀ ਹੋ ਸਕਦਾ, ਰਾਜ ਵੀ ਹੋ ਸਕਦਾ, ਕਿਉਂਕਿ ਰਾਜ ਦੇ ਵੀ ਉਹ ਵਿਰੁੱਧ ਸੀ। ਉਹ ਰਾਜ ਨੂੰ ਵੀ ਕਹਿੰਦਾ ਇੱਕ ਜ਼ਾਲਮ ਸੰਸਥਾ ਹੈ, ਪੂੰਜੀਪਤੀਆਂ ਦਾ ਸਾਥ ਦਿੰਦੀ ਹੈ, ਅਤੇ ਧਰਮ ਨੂੰ ਉਹ ਅਫੀਮ ਕਹਿੰਦਾ ਸੀ, ਇਸ ਕਰਕੇ ਧਰਮ ਦੇ ਵੀ ਉਹ ਵਿਰੁੱਧ ਹੈ। ਇੱਥੇ ਤੁਸੀਂ ਧਰਮ ਵੀ ਲਿਖ ਸਕਦੇ ਹੋ, ਰਾਜ ਵੀ ਲਿਖ ਸਕਦੇ ਹੋ। 25ਵਾਂ ਪ੍ਰਸ਼ਨ,
ਗੁੱਟ ਨਿਰਪੱਖਤਾ ਜਾਂ ਗੁੱਟ ਨਿਰਪੇਖਤਾ ਡੈਸ਼ ਪਾਰਟੀ ਦੀ ਵਿਦੇਸ਼ ਨੀਤੀ ਦਾ ਮਹੱਤਵਪੂਰਨ ਵਿਸ਼ੇਸ਼ਤਾ ਹੈ। ਇਹ ਕਾਂਗਰਸ ਪਾਰਟੀ ਦੀ, ਜਿਹਨੂੰ ਇੰਡੀਅਨ ਨੈਸ਼ਨਲ ਕਾਂਗਰਸ ਕਹਿੰਦੇ ਆ, ਉਹਦੀ ਵਿਸ਼ੇਸ਼ਤਾ ਹੈ। ਡੈਸ਼ 26ਵਾਂ ਪ੍ਰਸ਼ਨ, ਡੈਸ਼ ਸਭ ਤੋਂ ਪੁਰਾਣਾ ਰਾਸ਼ਟਰੀ ਰਾਜਨੀਤਿਕ ਦਲ ਹੈ। ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਜਿਹੜੀ ਹੈ ਸਭ ਤੋਂ ਪੁਰਾਣੀ ਪੋਲੀਟੀਕਲ ਪਾਰਟੀ ਹੈ। 27ਵਾਂ ਪ੍ਰਸ਼ਨ, ਚੋਣ ਮੰਡਲ ਦੇਸ਼ ਦੇ ਸਮੁੱਚੇ ਵੋਟਰਾਂ ਸਮੂਹ ਨੂੰ ਕਹਿੰਦੇ ਹਨ। ਠੀਕ ਹੈ ਜਾਂ ਗਲਤ? ਚੋਣ ਮੰਡਲ ਜਿਹੜਾ ਵਾ ਆਪਾਂ ਕਹਿ ਸਕਦੇ ਹਾਂ ਦੇਸ਼ ਦੇ ਸਮੁੱਚੇ ਵੋਟਰਾਂ ਨੂੰ, ਪਰ ਖਾਸ ਤੌਰ 'ਤੇ ਚੋਣ ਮੰਡਲ ਦੀ ਜੇ ਸ਼ਬਦ ਦੀ ਵਰਤੋਂ ਖਾਸ ਤੌਰ 'ਤੇ ਰਾਸ਼ਟਰਪਤੀ ਚੋਣ ਲਈ ਕੀਤੀ ਜਾਂਦੀ ਹੈ। ਠੀਕ ਹੈ, ਅਦਰਵਾਈਜ਼ ਸਾਰਾ ਹੀ ਉਹ ਚੋਣ ਮੰਡਲ ਹੀ ਹੈ। ਜਿਹੜੇ ਵੋਟਰ ਨੇ ਦੇਸ਼ ਦੇ ਉਹ ਸਾਰੇ ਹੀ ਚੋਣ ਮੰਡਲ ਹੀ ਹੈ। ਇਹਨੂੰ ਆਪਾਂ ਠੀਕ ਕਹਿ ਦਈਏ। ਪਰ ਜੇਕਰ ਸਿਰਫ ਰਾਸ਼ਟਰਪਤੀ ਦੀ ਗੱਲ ਹੋਏ ਤਾਂ ਚੋਣ ਮੰਡਲ ਰਾਸ਼ਟਰਪਤੀ ਲਈ ਵੱਖਰਾ ਹੈ। ਠੀਕ ਹੈ, ਰਾਸ਼ਟਰਪਤੀ ਲਈ ਚੋਣ ਮੰਡਲ ਕੇਵਲ MLA MP ਹੈ, ਚੁਣੇ ਹੋਏ MLA ਅਤੇ ਚੁਣੇ ਹੋਏ MP ਜਿਹੜਾ ਰਾਸ਼ਟਰਪਤੀ ਲਈ ਚੋਣ ਮੰਡਲ ਹੈ। ਫਿਰ ਇੱਥੇ ਇਹ ਗਲਤ ਬਣ ਜਾਏਗਾ। ਓਕੇ, 28ਵਾਂ ਪ੍ਰਸ਼ਨ, ਡੇਵਿਡ ਈਸਟਨ ਨੇ 2 ਤਰ੍ਹਾਂ ਦੇ ਨਿਵੇਸ਼ ਕੰਮ ਦੱਸੇ ਹਨ। ਬਿਲਕੁਲ ਠੀਕ ਹੈ ਜੀ, ਇਨਪੁੱਟ ਅਤੇ ਆਊਟਪੁੱਟ, ਇਹ ਵੀ ਠੀਕ ਹੈ। ਨੈਕਸਟ ਹੈਗਾ, ਭਾਰਤ ਦਾ ਤਾਸ਼ਕੰਦ ਸਮਝੌਤਾ ਕਿਸ ਦੇਸ਼ ਨਾਲ ਹੋਇਆ? ਇਹ ਪਾਕਿਸਤਾਨ ਨਾਲ ਹੋਇਆ ਸੀ। 1966 ਵਿੱਚ ਹੋਇਆ, ਰੂਸ ਵਿੱਚ ਸੀਗਾ। ਰਾਜ ਸਭਾ ਦੀ ਚੋਣ ਲੜਨ ਲਈ 21 ਸਾਲ ਦੀ ਉਮਰ ਜ਼ਰੂਰੀ ਹੈ। ਇਹ ਗਲਤ ਹੈ ਸਟੇਟਮੈਂਟ ਜੀ। ਰਾਜ ਸਭਾ ਦੀ ਚੋਣ ਲੜਨ ਵਾਸਤੇ 25 ਸਾਲ ਦੀ ਉਮਰ ਚਾਹੀਦੀ ਹੈ। ਸੋ ਇਹ 30 ਪ੍ਰਸ਼ਨ ਸੀਗੇ ਜਿਹੜੇ 1 ਨੰਬਰ ਦੇ ਸੀਗੇ। ਉਸ ਤੋਂ ਬਾਅਦ ਅਗਲੇ ਪ੍ਰਸ਼ਨ ਵੀ ਆਪਾਂ ਦੇਖਾਂਗੇ 2-2 ਨੰਬਰ ਵਾਲੇ ਭਾਗ ਐੜਾ ਵਿੱਚ 6 ਪ੍ਰਸ਼ਨ ਨੇ। ਪਹਿਲਾ ਪ੍ਰਸ਼ਨ ਹੈ, ਰਾਜਨੀਤਿਕ ਸ਼ਬਦ ਦਾ ਅਰਥ ਸਪਸ਼ਟ ਕਰੋ। ਰਾਜਨੀਤਿਕ ਸ਼ਬਦ ਦਾ ਅਰਥ ਇਹ ਹੈ ਜਿਹਦੇ ਵਿੱਚ ਰਾਜਨੀਤੀ ਸ਼ਾਮਿਲ ਹੈ, ਜਿਹਦੇ ਵਿੱਚ ਸ਼ਕਤੀ, ਸ਼ਾਸਨ ਅਤੇ ਸੱਤਾ ਸ਼ਾਮਿਲ ਹੈ, ਉਹ ਰਾਜਨੀਤਿਕ ਹੈ। ਹਰ ਉਸ ਚੀਜ਼ ਨੂੰ ਰਾਜਨੀਤਿਕ ਕਿਹਾ ਜਾ ਸਕਦਾ ਜਿਹਦੇ ਵਿੱਚ ਦਬਾਅ ਵੀ ਹੈ ਅਤੇ ਸ਼ਕਤੀ ਵੀ ਹੈ। ਠੀਕ ਹੈ, ਹਰੇਕ ਵਿਅਕਤੀ ਆਪਣਾ ਪ੍ਰਭਾਵ ਬਣਾਈ ਰੱਖਣਾ ਚਾਹੁੰਦਾ ਹੈ। ਕਹਿੰਦੇ ਪ੍ਰਭਾਵ ਅਤੇ ਪ੍ਰਭਾਵਸ਼ਾਲੀ ਦੇ ਅਧਿਐਨ ਨੂੰ ਵੀ ਰਾਜਨੀਤਿਕ ਕਿਹਾ ਜਾ ਸਕਦਾ। ਸੋ ਹਰ ਉਹ ਚੀਜ਼ ਪੋਲੀਟੀਕਲ ਹੈ ਜਿਹਦੇ ਵਿੱਚ ਸ਼ਕਤੀ ਸ਼ਾਮਿਲ ਹੈ ਜਾਂ ਪ੍ਰਭਾਵ ਸ਼ਾਮਿਲ ਹੈ। ਠੀਕ ਹੈ ਜੀ, ਇੱਥੋਂ ਤੱਕ ਵੀ ਨਹੁੰ ਸੱਸ ਦੇ ਰਿਸ਼ਤੇ ਵਿੱਚ ਵੀ ਰਾਜਨੀਤੀ ਸ਼ਾਮਿਲ, ਇਸੇ ਕਰਕੇ ਇਹਨੂੰ ਰਾਜਨੀਤਿਕ ਕਿਹਾ ਜਾ ਸਕਦਾ। ਨੈਕਸਟ ਹੈਗਾ, ਸਥਾਈ ਕਾਰਜਪਾਲਿਕਾ ਦਾ ਅਰਥ ਦੱਸੋ। ਸਥਾਈ ਕਾਰਜਪਾਲਿਕਾ ਜਿਹੜੀ ਹੈ, ਨੌਕਰਸ਼ਾਹੀ ਨੂੰ ਸਥਾਈ ਕਾਰਜਪਾਲਿਕਾ ਕਿਹਾ ਜਾਂਦਾ। ਸਥਾਈ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਹਨਾਂ ਦੀ ਯੋਗਤਾ ਯੋਗਤਾ ਆਧਾਰ 'ਤੇ ਭਰਤੀ ਹੁੰਦੀ ਹੈ ਅਤੇ ਇਹ ਪੱਕੇ ਤੌਰ 'ਤੇ ਰਹਿੰਦੇ ਨੇ ਅਤੇ 58-60 ਸਾਲ ਤੱਕ ਉਮਰ ਇਹਨਾਂ ਦੀ ਹੁੰਦੀ ਹੈ ਆਪਣੀ ਸਰਵਿਸ ਵਿੱਚ ਰਹਿਣ ਦੀ। ਇਸ ਕਰਕੇ ਇਹਨੂੰ ਸਥਾਈ ਕਾਰਜਪਾਲਿਕਾ ਕਿਹਾ ਜਾਂਦਾ। ਰਾਜਨੀਤਿਕ ਕਾਰਜਪਾਲਿਕਾ ਬਲਦੀ ਰਹਿੰਦੀ ਹੈ ਪਰ ਸਥਾਈ ਕਾਰਜਪਾਲਿਕਾ ਚੱਲਦੀ ਰਹਿੰਦੀ ਹੈ। ਅਗਲਾ ਪ੍ਰਸ਼ਨ ਹੈ, ਸਥਾਨਕ ਪੱਧਰ 'ਤੇ ਲੋਕਤੰਤਰ ਦਾ ਕੀ ਅਰਥ ਹੈ? ਸਥਾਨਕ ਪੱਧਰ 'ਤੇ ਲੋਕਤੰਤਰ ਦਾ ਅਰਥ ਹੈ ਪਿੰਡ ਵਿੱਚ ਪੰਚਾਇਤ ਹੈ, ਬਲਾਕ ਸਮਿਤੀ ਹੈ, ਜ਼ਿਲ੍ਹਾ ਪ੍ਰੀਸ਼ਦ ਨੇ, ਇਹ ਪੇਂਡੂ ਲੈਵਲ 'ਤੇ ਸੰਸਥਾਵਾਂ ਨੇ। ਸ਼ਹਿਰੀ ਲੈਵਲ 'ਤੇ ਸੰਸਥਾਵਾਂ ਨੇ, ਜਿਹੜੀ ਪੰਚਾਇਤ ਹੈ ਸ਼ਹਿਰਾਂ ਦੇ ਵਿੱਚ ਨਗਰ ਨਿਗਮ ਹੈ, ਨਗਰ ਪੰਚਾਇਤ ਹੈ, ਨਗਰ ਪਾਲਿਕਾ ਹੈ ਅਤੇ ਨਗਰ ਨਿਗਮ ਹੈ। ਸੋ ਇਹ ਸਥਾਨਕ ਪੱਧਰ 'ਤੇ ਲੋਕਤੰਤਰ ਹੈ ਤਾਂ ਕਿ ਹੇਠਲੇ ਪੱਧਰ ਦੀਆਂ ਸਮੱਸਿਆਵਾਂ ਦਾ ਹੇਠਲੇ ਪੱਧਰ 'ਤੇ ਹੀ ਨਿਪਟਾਰਾ ਕੀਤਾ ਜਾ ਸਕੇ। ਪੇਂਡੂ ਅਤੇ ਸ਼ਹਿਰੀ ਪੱਧਰ ਦੀਆਂ 2 ਤਰ੍ਹਾਂ ਦੇ ਲੋਕਤੰਤਰ ਸਥਾਨਕ ਪੱਧਰ ਨੇ ਭਾਰਤ ਵਿੱਚ। 5ਵਾਂ ਪ੍ਰਸ਼ਨ ਹੈਗਾ, ਭਾਰਤੀ ਲੋਕਤੰਤਰ ਉੱਤੇ ਹਿੰਸਾ ਦੇ ਇੱਕੋ 2 ਪ੍ਰਭਾਵ ਲਿਖੋ। ਭਾਰਤੀ ਲੋਕਤੰਤਰ ਦਾ ਹਿੰਸਾ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਵਾ। ਹਿੰਸਾ ਦੇ ਕਾਰਨ ਹਰ ਇੱਕ ਵਾਰ ਚੋਣਾਂ ਦੇ ਵਿੱਚ ਵੀ, ਚੋਣਾਂ ਦੀਆਂ ਹਿੰਸਾ ਵਿੱਚ ਵੀ ਬਹੁਤ ਸਾਰੇ ਲੋਕ ਮਾਰੇ ਜਾਂਦੇ ਨੇ। ਲੋਕ ਹਿੰਸਾ ਕਾਰਨ ਡਰਦੇ ਘਰੋਂ ਵੋਟ ਪਾਉਣ ਨਹੀਂ ਜਾਂਦੇ ਕਿਉਂਕਿ ਹਿੰਸਾ ਦਾ ਡਰ ਰਹਿੰਦਾ ਵਾ। ਅਦਰਵਾਈਜ਼ ਵੀ ਹਿੰਸਾ ਜਿਹੜੀ ਹੈ ਉਹ ਦੇਸ਼ ਦੀ ਰਾਜਨੀਤੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਨੈਕਸਟ ਹੈਗਾ 7ਵਾਂ ਪ੍ਰਸ਼ਨ 6ਵਾਂ ਪ੍ਰਸ਼ਨ, ਭਾਰਤੀ ਦਲ ਪ੍ਰਣਾਲੀ ਦੀਆਂ 2 ਵਿਸ਼ੇਸ਼ਤਾਵਾਂ ਦੱਸੋ। ਭਾਰਤੀ ਦਲ ਪ੍ਰਣਾਲੀ, ਪਹਿਲੀ ਗੱਲ ਹੈ ਅਨੁਸ਼ਾਸਨਹੀਣ ਹੈ। ਦੂਜੀ ਇਹ ਗੱਲ ਹੈ ਵੀ ਭਾਰਤੀ ਦਲ ਪ੍ਰਣਾਲੀ ਜਿਹੜਾ ਭਾਰਤ ਦੇ ਲੋਕ ਨੇ ਜਿਹੜੇ ਉਹ ਬਹੁਦਲ ਵਿੱਚ ਵਿਸ਼ਵਾਸ ਰੱਖਦੇ ਨੇ। ਤੀਜੀ ਗੱਲ, ਜਿਹੜੇ ਭਾਰਤੀ ਦਲ ਨੇ ਜਿਹੜੇ ਇਹ ਵਿਚਾਰਧਾਰਾ ਘੱਟ ਦੇ ਵਿਅਕਤੀ ਪੂਜਾ 'ਚ ਜ਼ਿਆਦਾ ਭਰੋਸਾ ਰੱਖਦੇ ਨੇ। ਇਸੇ ਕਰਕੇ ਪੋਲੀਟੀਕਲ ਪਾਰਟੀਆਂ ਨੇਤਾਵਾਂ ਦੇ ਨਾਂ 'ਤੇ ਪਾਈਆਂ ਜਾਂਦੀਆਂ ਨੇ, ਜਿਵੇਂ ਸ਼੍ਰੋਮਣੀ ਅਕਾਲੀ ਦਲ, ਬਾਦਲ, ਕਾਂਗਰਸ ਆਈ। ਸੋ ਇਸੇ ਤਰ੍ਹਾਂ ਪੋਲੀਟੀਕਲ ਪਾਰਟੀ ਜਿਹੜੀਆਂ ਨੇ ਲੀਡਰ ਦੇ ਨਾਂ 'ਤੇ ਮੰਨੀਆਂ ਜਾਂਦੀਆਂ ਨੇ। ਨੈਕਸਟ ਹੈਗਾ, ਨਗਰ ਪਾਲਿਕਾ ਦੇ 2 ਕੰਮ ਲਿਖੋ। ਨਗਰ ਪਾਲਿਕਾ ਦਾ ਕੰਮ ਸ਼ਹਿਰਾਂ ਦੇ ਵਿੱਚ ਯੋਜਨਾਬੰਦੀ ਤਿਆਰ ਕਰਵਾਉਣਾ ਵਾ ਅਤੇ ਸ਼ਹਿਰਾਂ ਦੇ ਵਿੱਚ ਸਫਾਈ ਅਤੇ ਗਲੀਆਂ ਨਾਲੀਆਂ ਦਾ ਪ੍ਰਬੰਧ ਕਰਾਉਣਾ, ਰੋਸ਼ਨੀ ਦਾ ਪ੍ਰਬੰਧ ਕਰਵਾਉਣਾ, ਪਾਰਕਾਂ ਦਾ ਪ੍ਰਬੰਧ ਕਰਨਾ, ਇਹ ਸਾਰੇ ਨਗਰ ਪਾਲਿਕਾ ਦੇ ਕੰਮ ਨੇ। ਸੋ ਇਹ 2-2 ਅੰਕ ਦੇ ਪ੍ਰਸ਼ਨ ਸੀਗੇ ਜਿਹੜੇ ਜਨਰਲੀ ਮੈਂ ਡਿਸਕਸ ਕਰਕੇ ਤੁਹਾਨੂੰ ਦੱਸ ਦਿੱਤੇ ਨੇ। 4-4 ਨੰਬਰ ਦੇ ਕੁਐਸਚਨ ਜਿਹੜੇ ਨੇ। 8ਵਾਂ ਪ੍ਰਸ਼ਨ ਹੈਗਾ, ਕਹਿੰਦੇ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਅੰਤਰ ਲਿਖੋ। ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਬਹੁਤ ਜ਼ਿਆਦਾ ਅੰਤਰ ਨੇ। ਸਧਾਰਨ ਸ਼ਬਦਾਂ 'ਚ ਤੁਸੀਂ ਲਿਖਣਾ ਚਾਹੋ। ਇਹ ਸੌਖਾ ਪ੍ਰਸ਼ਨ ਹੈ। ਪਹਿਲੇ ਚੈਪਟਰ ਦਾ ਪ੍ਰਸ਼ਨ ਹੈ, ਰਾਜਨੀਤਿਕ ਪ੍ਰਣਾਲੀ ਵਾਲੇ ਚੈਪਟਰ ਵਿੱਚੋਂ ਹੈ। ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਇਹ ਅੰਤਰ ਹੈ ਬੱਚਿਓ ਕਿ ਰਾਜ ਹੈ ਜਿਹੜਾ ਇਹਦੇ 4 ਤੱਤ ਨੇ, ਰਾਜਨੀਤਿਕ ਪ੍ਰਣਾਲੀ ਦੇ ਕਈ ਤੱਤ ਨੇ।
ਰਾਜ ਜਿਹੜਾ ਵਾ ਸਥਾਈ ਰਹਿੰਦਾ ਵਾ, ਰਾਜਨੀਤਿਕ ਪ੍ਰਣਾਲੀਆਂ ਬਦਲਦੀਆਂ ਰਹਿੰਦੀਆਂ ਨੇ। ਹਰ ਥਾਂ ਜਿਹੜਾ ਹਰ ਸਾਰੇ ਦੇਸ਼ਾਂ ਦੇ ਵਿੱਚ ਰਾਜ ਇੱਕੋ ਤਰ੍ਹਾਂ ਦਾ ਹੈ, ਪਰ ਸਾਰੇ ਦੇਸ਼ਾਂ ਦੀਆਂ ਰਾਜਨੀਤਿਕ ਪ੍ਰਣਾਲੀਆਂ ਵੱਖਰੀਆਂ ਵੱਖਰੇ ਤਰ੍ਹਾਂ ਦੀਆਂ ਨੇ। ਲੋਕ ਰਾਜਨੀਤਿਕ ਪ੍ਰਣਾਲੀ ਦਾ ਵਿਰੋਧ ਕਰ ਸਕਦੇ ਨੇ, ਪਰ ਰਾਜ ਦਾ ਵਿਰੋਧ ਨਹੀਂ ਕਰ ਸਕਦੇ। ਰਾਜ ਦਾ ਵਿਰੋਧ ਕਰਨਾ ਆਪਣੇ ਆਪ ਦਾ ਵਿਰੋਧ ਕਰਨਾ ਹੈ, ਠੀਕ ਹੈ। ਸੋ ਰਾਜ ਇੱਕ ਪੁਰਾਣੀ ਧਾਰਨਾ ਹੈ, ਰਾਜਨੀਤਿਕ ਪ੍ਰਣਾਲੀ ਨਵੀਂ ਧਾਰਨਾ ਹੈ। ਸੋ ਨੈਕਸਟ ਪ੍ਰਸ਼ਨ ਹੈਗਾ ਉਦਾਰਵਾਦ ਦਾ। ਉਦਾਰਵਾਦ ਵਿਰੁੱਧ 6 ਤਰਕ ਦਿਓ। ਉਦਾਰਵਾਦ ਜਿਹੜਾ ਵਾ ਇਹ ਵਿਅਕਤੀ 'ਤੇ ਜ਼ਿਆਦਾ ਨਿਰਭਰ ਕਰਦਾ ਵਾ। ਉਦਾਰਵਾਦ ਜਿਹੜਾ ਵਾ ਇਹ ਪਰੰਪਰਾਵਾਦੀ ਵੀ ਹੈ ਅਤੇ ਆਧੁਨਿਕ ਵੀ ਹੈ। ਉਦਾਰਵਾਦ ਦੇ ਵਿਰੁੱਧ ਕੋਈ ਬਹੁਤ ਜ਼ਿਆਦਾ ਤਰਕ 6 ਤਰਕ ਦੇਣਾ ਬਹੁਤ ਔਖਾ ਹੈ, ਕਿਉਂਕਿ ਬਹੁਤ ਸਾਰੀ ਜਨਤਾ ਜਿਹੜੀ ਹੈ, ਲੋਕ ਨੇ ਜਿਹੜੇ ਉਦਾਰਵਾਦ ਨੂੰ ਪਸੰਦ ਵੀ ਕਰਦੇ ਨੇ। ਇਸ ਕਰਕੇ ਉਦਾਰਵਾਦ ਹੈ ਜਿਹੜਾ ਉਹ ਇੱਕ ਸਮੇਂ ਦੇ ਨਾਲ ਬਦਲਣ ਵਾਲੀ ਧਾਰਨਾ ਹੈ। ਪਹਿਲੇ ਉਦਾਰਵਾਦੀ ਜਿਹੜੇ ਨੇ ਰਾਜ ਨੂੰ ਬੁਰਾਈ ਸਮਝਦੇ ਸੀ, ਪਰ ਆਧੁਨਿਕ ਉਦਾਰਵਾਦੀ ਰਾਜ ਨੂੰ ਜਿਹੜਾ ਵਾ ਉਹ ਇੱਕ ਕਲਿਆਣਕਾਰੀ ਸੰਸਥਾ ਮੰਨਦੇ ਨੇ। ਅਗਲਾ 10ਵਾਂ ਪ੍ਰਸ਼ਨ ਹੈਗਾ ਜੀ ਮਾਰਕਸਵਾਦ ਦੇ ਵਰਗ ਸੰਘਰਸ਼ ਬਾਰੇ ਤੁਸੀਂ ਕੀ ਜਾਣਦੇ ਹੋ। ਮਾਰਕਸਵਾਦ ਦਾ ਵਰਗ ਸੰਘਰਸ਼ ਜਿਹੜਾ ਉਹ ਕਹਿੰਦਾ ਸਮਾਜ ਵਿੱਚ ਵਰਗ ਸੰਘਰਸ਼ ਹਮੇਸ਼ਾ ਚੱਲਦਾ ਰਹਿੰਦਾ ਵਾ ਹੈਵ ਅਤੇ ਹੈਵ ਨੋਟਸ ਵਿੱਚ। ਭਾਵ ਉਹ ਲੋਕ ਜਿਨ੍ਹਾਂ ਕੋਲ ਉਤਪਾਦਨ ਦੇ ਸਾਧਨ ਨੇ ਅਤੇ ਉਹ ਲੋਕ ਜਿਨ੍ਹਾਂ ਕੋਲ ਉਤਪਾਦਨ ਦੇ ਸਾਧਨ ਨਹੀਂ ਹਨ। ਇਹਨਾਂ ਵਿੱਚ ਹਮੇਸ਼ਾ ਵਰਗ ਸੰਘਰਸ਼ ਜਿਹੜਾ ਚੱਲਦਾ ਰਹਿੰਦਾ ਵਾ। ਪਹਿਲੇ ਮਾਲਕਾਂ ਅਤੇ ਦਾਸਾਂ ਵਿੱਚ ਸੰਘਰਸ਼ ਸੀਗਾ, ਉਸ ਤੋਂ ਬਾਅਦ ਸਮਾਜ ਦੇ ਵਿਕਾਸ ਹੋਣ ਨਾਲ ਉਹ ਜਿਹੜੇ ਨੇ ਉਹ ਜਿਹੜੇ ਮਾਲਕ ਬਣ ਗਏ ਅਤੇ ਉਹ ਨੌਕਰ ਬਣ ਗਏ। ਫਿਰ ਹੌਲੀ ਹੌਲੀ ਜਿਹੜੇ ਨੇ ਉਹ ਜ਼ਿਮੀਂਦਾਰ ਬਣ ਗਏ ਅਤੇ ਉਹ ਮੁਜ਼ਾਹਰੇ ਬਣ ਗਏ। ਫਿਰ ਉਹ ਪੂੰਜੀਪਤੀ ਬਣ ਗਏ ਅਤੇ ਉਹ ਮਜ਼ਦੂਰ ਬਣ ਗਏ। ਇਸ ਤਰ੍ਹਾਂ ਮਾਰਕਸ ਕਹਿੰਦਾ ਵੀ ਹਮੇਸ਼ਾ ਇਹਨਾਂ ਦੋ ਵਰਗਾਂ ਦੇ ਵਿੱਚ ਸੰਘਰਸ਼ ਜਿਹੜਾ ਚੱਲਦਾ ਰਹਿੰਦਾ ਵਾ। ਪੂੰਜੀਪਤੀ ਅਤੇ ਮਜ਼ਦੂਰ ਵਰਗ ਉਹਨੂੰ ਬੋਰਜੂਆ ਅਤੇ ਇਹਨੂੰ ਪ੍ਰੋਲੀਟੇਰੀਅਟ ਕਹਿੰਦਾ ਉਹ ਕਾਰਲ ਮਾਰਕਸ। ਸੋ ਇਸ ਕਰਕੇ ਜਿਹੜਾ ਵਰਗ ਸੰਘਰਸ਼ ਹੈ ਇਹਨਾਂ ਵਿੱਚ ਚੱਲਦਾ ਰਹਿੰਦਾ ਵਾ ਅਤੇ ਇਸੇ ਕਰਕੇ ਕਾਰਲ ਮਾਰਕਸ ਜਿਹੜਾ ਉਹ ਵਰਗ ਰਹਿਤ ਸਮਾਜ ਦੀ ਸਥਾਪਨਾ ਕਰਨਾ ਚਾਹੁੰਦਾ ਵਾ, ਕਲਾਸ ਲੈਸ ਸੁਸਾਇਟੀ, ਵਰਗ ਰਹਿਤ ਸਮਾਜ। ਅਗਲਾ ਪ੍ਰਸ਼ਨ ਹੈਗਾ ਜੀ ਲੌਬਿੰਗ ਤੋਂ ਕੀ ਭਾਵ ਹੈ। ਲੌਬਿੰਗ ਦਾ ਅਰਥ ਇਹ ਹੈ ਦਬਾਓ ਪਾਉਣਾ ਜਾਂ ਲੌਬੀ ਕਰਨਾ। ਅਸਲ 'ਚ ਇਹ ਧਾਰਾ ਜਿਹੜੀ ਹੈ ਇਹ ਸ਼ਬਦ ਅਮਰੀਕਾ ਤੋਂ ਨਿਕਲਿਆ ਵਾ। ਉੱਥੇ ਲੌਬੀਆਂ ਦੇ ਵਿੱਚ ਖੜ੍ਹੇ ਹੋ ਕੇ ਮੰਤਰੀਆਂ ਨੂੰ ਅਤੇ ਵਿਧਾਨਕਾਰਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਵੀ ਤੁਸੀਂ ਸਾਡੇ ਫੇਵਰ ਦੇ ਵਿੱਚ ਜਿਹੜਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰੋ। ਸੋ ਲੌਬਿੰਗ ਕਰਨ ਦਾ ਮਤਲਬ ਹੈ ਕਿਸੇ 'ਤੇ ਦਬਾਓ ਪਾਉਣਾ, ਪ੍ਰਭਾਵ ਪਾਉਣਾ ਅਤੇ ਆਪਣੇ ਹੱਕ ਵਿੱਚ ਫੈਸਲਾ ਕਰਾਉਣ ਦੀ ਕੋਸ਼ਿਸ਼ ਕਰਨੀ। 12ਵਾਂ ਪ੍ਰਸ਼ਨ ਹੈਗਾ ਭਾਰਤ ਵਿੱਚ ਚੋਣ ਵਿਧੀ ਦੀ ਕੋਈ 3 ਪੜਾਵਾਂ ਦੱਸੋ। ਭਾਰਤ ਵਿੱਚ ਜਿਹੜੇ ਚੋਣ ਵਿਧੀ ਹੈ, ਚੋਣ ਪ੍ਰਕਿਰਿਆ ਵਾ, ਉਹਦੇ 3 ਪੜਾਅ ਕੀ ਹੋ ਸਕਦੇ ਨੇ। ਸਭ ਤੋਂ ਪਹਿਲਾਂ ਚੋਣ ਖੇਤਰ ਨਿਸ਼ਚਿਤ ਕੀਤਾ ਜਾਂਦਾ, ਫਿਰ ਵੋਟਰ ਸੂਚੀਆਂ ਤਿਆਰ ਕੀਤੀਆਂ ਜਾਂਦੀਆਂ ਨੇ, ਉਸ ਤੋਂ ਬਾਅਦ ਚੋਣ ਮਿਤੀ ਦਾ ਐਲਾਨ ਕੀਤਾ ਜਾਂਦਾ ਵਾ, ਫਿਰ ਨਾਮਜ਼ਦਗੀ ਕਾਗਜ਼ ਭਰੇ ਜਾਂਦੇ ਨੇ, ਫਿਰ ਚੋਣ ਪ੍ਰਚਾਰ ਹੁੰਦਾ ਵਾ, ਫਿਰ ਚੋਣ ਮਿਤੀ ਆ ਜਾਂਦੀ ਹੈ, ਫਿਰ ਚੋਣਾਂ ਦਾ ਦਿਨ ਆ ਜਾਂਦਾ ਵਾ। ਚੋਣਾਂ ਦੇ ਦਿਨ ਤੋਂ ਬਾਅਦ ਫਿਰ ਨਤੀਜੇ ਨਿਕਲਦੇ ਆ ਅਤੇ ਫਿਰ ਉਹਨਾਂ 'ਤੇ ਰੇਟਾਂ ਕੀਤੀਆਂ ਜਾਂਦੀਆਂ ਨੇ। ਸੋ ਇਹ ਤੁਸੀਂ 3 ਪੜਾਅ ਕਿਹਾ ਸੀ, ਆਪਾਂ ਸਾਰੇ ਪੜਾਅ ਦੱਸ ਦਿੱਤੇ ਨੇ। ਅਗਲਾ ਪ੍ਰਸ਼ਨ ਹੈਗਾ ਜੀ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਦਾ ਭਵਿੱਖ ਕੀ ਹੈ। ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਜਿਹੜੇ ਨੇ ਕਾਫੀ ਕੜਵੇ ਰਹੇ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ, ਪਰ ਹੁਣ ਆਉਣ ਵਾਲੇ ਸਮੇਂ 'ਚ ਥੋੜ੍ਹਾ ਜਿਹਾ ਚੰਗਾ ਭਵਿੱਖ ਨਜ਼ਰ ਆ ਰਿਹਾ ਵਾ, ਕਿਉਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜਿਹੜੇ ਨੇ ਉਹ ਕਾਫੀ ਨਰਮ ਦਿਲੀ ਇਨਸਾਨ ਨੇ ਅਤੇ ਉਹਨਾਂ ਨੇ ਬਹੁਤ ਖੁੱਲ੍ਹਦਿਲੀ ਦਿਖਾਈ ਹੈ। ਜਿਹੜਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਰਮਿਆਨ ਜਿਹੜਾ ਵਾ ਕਰਤਾਰਪੁਰ ਸਾਹਿਬ ਗੁਰਦੁਆਰਾ ਜਿਹੜਾ ਉਹਨੂੰ ਆਪਣਾ ਕੋਰੀਡੋਰ ਦੇ ਦਿੱਤਾ ਵਾ, ਉਹਨੂੰ ਰਸਤਾ ਖੋਲ੍ਹ ਕੇ ਦਿੱਤਾ ਵਾ ਅਤੇ ਬਹੁਤ ਵਧੀਆ ਤਿਆਰੀ ਕਰਵਾਈ ਹੈ ਗੁਰਦੁਆਰਾ ਸਾਹਿਬ ਦੀ, ਅਤੇ ਨਾਲ ਹੀ ਸੰਗਤਾਂ ਦੇ ਵਾਸਤੇ ਬਹੁਤ ਜ਼ਿਆਦਾ ਸਹੂਲਤਾਂ ਪ੍ਰਦਾਨ ਕੀਤੀਆਂ ਨੇ। ਸੋ ਇੰਝ ਲੱਗਦਾ ਵੀ ਪਾਕਿਸਤਾਨ ਦੀਆਂ ਵਰਤਮਾਨ ਸਰਕਾਰ ਹੈ ਜਿਹੜੀ ਉਹ ਭਾਰਤ ਨਾਲ ਚੰਗੇ ਸੰਬੰਧ ਬਣਾਉਣਾ ਚਾਹੁੰਦੀ ਹੈ। ਭਾਰਤ ਤੇ ਹਮੇਸ਼ਾ ਹੀ ਪਾਕਿਸਤਾਨ ਵੱਲ ਦੋਸਤੀ ਦਾ ਹੱਥ ਵਧਾਉਂਦਾ ਰਿਹਾ ਵਾ ਅਤੇ ਵਪਾਰਕ ਜਿਹੜੇ ਨੇ ਸੰਬੰਧ ਜਿਹੜੇ ਨੇ ਉਹ ਕਾਇਮ ਕਰਨਾ ਚਾਹੁੰਦਾ ਵਾ। ਵੀ ਟਕਰਾਅ ਦੀ ਸਥਿਤੀ ਵਿੱਚ ਭਾਰਤ ਕਦੇ ਵੀ ਨਹੀਂ ਚਾਹੁੰਦਾ। ਜਿੰਨੇ ਵਾਰ ਹਮਲਾ ਕੀਤਾ ਪਾਕਿਸਤਾਨ ਨੇ ਕੀਤਾ, ਭਾਰਤ ਜਿਹੜਾ ਵਾ ਉਹ ਕਦੇ ਵੀ ਅਜਿਹਾ ਰੁਖ ਨਹੀਂ ਅਪਣਾਉਣਾ ਚਾਹੁੰਦਾ। ਸੋ ਹੁਣ ਇਹ ਲੱਗ ਰਿਹਾ ਵੀ ਆਉਣ ਵਾਲੇ ਸਮੇਂ 'ਚ ਭਾਰਤ ਅਤੇ ਪਾਕਿਸਤਾਨ ਦਾ ਭਵਿੱਖ ਜਿਹੜਾ ਉਹ ਚੰਗਾ, ਆਉਣ ਵਾਲੇ ਸਮੇਂ 'ਚ ਚੰਗਾ ਭਵਿੱਖ ਹੈ। ਅਗਲਾ ਪ੍ਰਸ਼ਨ ਜੀ ਸੱਸਾ ਭਾਗ ਹੈ। ਇਹ ਇੱਕ ਪੈਰਾ ਹੈ, ਪੈਰੇ ਨਾਲ ਰਿਲੇਟਡ ਪ੍ਰਸ਼ਨ ਉੱਤਰ ਨੇ। ਬਹੁਤ ਸੌਖਾ ਪੈਰਾ ਹੈ, ਆਓ ਆਪਾਂ ਇੱਕ ਵਾਰ ਦੇਖੀਏ, ਫਟਾਫਟ ਪੈਰੇ ਨੂੰ ਪੜ੍ਹ ਲੈਣੇ ਆ। ਭਾਰਤ ਵਿੱਚ 3 ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਦੀ ਸਥਾਪਨਾ ਦੀ ਪ੍ਰਵਾਨਗੀ ਵਿਕਾਸ ਪ੍ਰੀਸ਼ਦ ਅਤੇ ਭਾਰਤ ਸਰਕਾਰ ਨੇ ਕੀਤੀ। 2 ਅਕਤੂਬਰ 1959 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਰਾਜਸਥਾਨ ਵਿੱਚ ਪੰਚਾਇਤੀ ਰਾਜ ਦਾ ਉਦਘਾਟਨ ਕੀਤਾ। ਰਾਜਸਥਾਨ ਪਹਿਲਾ ਰਾਜ ਸੀ ਜਿਸ ਨੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਅਪਣਾਇਆ ਸੀ। ਇੱਥੇ ਇਹ ਵਰਣਨਯੋਗ ਹੈ ਕਿ ਸਾਰੇ ਰਾਜਾਂ ਵਿੱਚ ਪੰਚਾਇਤੀ ਰਾਜ ਦਾ ਸੰਗਠਨ ਇੱਕੋ ਜਿਹਾ ਨਹੀਂ ਹੈ। ਬਹੁਤ ਰਾਜਾਂ ਨੇ 3 ਪੱਧਰੀ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ।
ਪਰ ਅਸਾਮ, ਕਰਨਾਟਕ, ਮੱਧ ਪ੍ਰਦੇਸ਼ ਅਤੇ ਆਦਿ ਕੁਝ ਰਾਜ ਅਜਿਹੇ ਸਨ ਜਿਨ੍ਹਾਂ ਨੇ 2 ਪੱਧਰੀ ਪੰਚਾਇਤੀ ਰਾਜ ਗ੍ਰਹਿਣ ਕੀਤਾ ਸੀ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿੱਚ 4 ਪੱਧਰੀ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਗਈ ਸੀ। ਇਸ ਪ੍ਰਣਾਲੀ ਅਧੀਨ ਪੰਚਾਇਤੀ ਰਾਜ ਦੀ ਸਭ ਤੋਂ ਹੇਠਲੇ ਪੱਧਰ ਦੀ ਸੰਸਥਾ ਦਾ ਨਾਂ ਗ੍ਰਾਮ ਪੰਚਾਇਤ, ਉਸ ਤੋਂ ਉੱਪਰਲੇ ਪੱਧਰ ਦੀ ਸੰਸਥਾ ਦਾ ਨਾਂ ਬਲਾਕ ਸਮਿਤੀ ਤੇ ਉਸ ਤੋਂ ਉਚੇਰੇ ਪੱਧਰ ਦੀ ਪੰਚਾਇਤ ਸੰਸਥਾ ਦਾ ਨਾਂ ਜ਼ਿਲ੍ਹਾ ਪਰਿਸ਼ਦ ਸੀ। ਸੋ ਪਹਿਲਾ ਪ੍ਰਸ਼ਨ ਆ ਗਿਆ ਇਹਦੇ ਵਿੱਚ, ਭਾਰਤ ਵਿੱਚ 3 ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਦੀ ਸਥਾਪਨਾ ਦੀ ਪ੍ਰਵਾਨਗੀ ਕਿਸ ਨੇ ਦਿੱਤੀ? ਸੋ ਆਪਾਂ ਇਹਨੂੰ ਉੱਪਰ ਜਾ ਕੇ ਦੇਖਾਂਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਭਾਰਤ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਵਿਕਾਸ ਪਰਿਸ਼ਦ ਅਤੇ ਭਾਰਤ ਸਰਕਾਰ ਨੇ ਦਿੱਤੀ। ਠੀਕ ਹੈ, ਤੇ 2 ਅਕਤੂਬਰ 1959 ਨੂੰ ਇਹਦੀ ਸ਼ੁਰੂਆਤ ਹੋਈ ਸੀ। ਸੋ ਇਹਦਾ ਉੱਤਰ ਆ ਗਿਆ ਵਿਕਾਸ ਪਰਿਸ਼ਦ ਅਤੇ ਭਾਰਤ ਸਰਕਾਰ ਨੇ। ਦੂਜਾ ਪ੍ਰਸ਼ਨ, 3 ਪੱਧਰੀ ਪੰਚਾਇਤੀ ਰਾਜ ਦੀਆਂ ਸੰਸਥਾਵਾਂ ਦੇ ਨਾਂ ਦੱਸੋ। 3 ਪੱਧਰੀ ਪੰਚਾਇਤੀ ਰਾਜ ਦੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦਾ ਨਾਂ ਕੀ ਸੀਗਾ? ਗ੍ਰਾਮ ਪੰਚਾਇਤ, ਬਲਾਕ ਸਮਿਤੀ, ਗ੍ਰਾਮ ਪੰਚਾਇਤ, ਬਲਾਕ ਸਮਿਤੀ ਤੇ ਉਚੇਰੇ ਪੱਧਰ ਦੀ ਪੰਚਾਇਤ ਦਾ ਨਾਂ ਜ਼ਿਲ੍ਹਾ ਪਰਿਸ਼ਦ ਸੀਗਾ। ਇਸ ਤੋਂ ਬਾਅਦ ਅਗਲਾ ਪ੍ਰਸ਼ਨ, ਰਾਜਸਥਾਨ ਵਿੱਚ ਪੰਚਾਇਤੀ ਰਾਜ ਦਾ ਉਦਘਾਟਨ ਕਿਸ ਨੇ ਕੀਤਾ? ਦੇਖੋ ਜੀ, ਰਾਜਸਥਾਨ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦਾ ਉਦਘਾਟਨ ਜਿਹੜਾ 2 ਅਕਤੂਬਰ 1959 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਰਾਜਸਥਾਨ ਵਿੱਚ ਪੰਚਾਇਤੀ ਰਾਜ ਦਾ ਉਦਘਾਟਨ ਕੀਤਾ। ਸੋ ਬੜੇ ਸੌਖੇ ਪ੍ਰਸ਼ਨ ਨੇ, ਤੁਸੀਂ ਇਹ ਪੈਰਾਗ੍ਰਾਫ ਵਾਲਾ ਪ੍ਰਸ਼ਨ ਤੇ ਬੜੇ ਆਰਾਮ ਨਾਲ ਬੱਚਿਓ ਕਰ ਸਕਦੇ ਹੋ। ਸੋ ਮਿਲਾਨ ਕਰਨਾ ਆਪਾਂ, ਆਂਧਰਾ ਪ੍ਰਦੇਸ਼, ਅਸਾਮ, ਰਾਜਸਥਾਨ 3 ਪੱਧਰੀ ਪੰਚਾਇਤੀ ਰਾਜ। ਸੋ ਆਂਧਰਾ ਪ੍ਰਦੇਸ਼ ਜਿਹੜਾ ਵਾ ਤੁਸੀਂ ਦੇਖੋ ਇੱਥੇ ਬੜੇ ਆਸਾਨੀ ਨਾਲ ਲਿਖਿਆ ਹੋਇਆ ਵੀ ਆਂਧਰਾ ਪ੍ਰਦੇਸ਼ ਵਿੱਚ 4 ਪੱਧਰੀ ਪੰਚਾਇਤੀ ਰਾਜ। ਦੇਖੋ ਲਿਖਿਆ ਹੋਇਆ ਆਂਧਰਾ ਪ੍ਰਦੇਸ਼ ਵਿੱਚ 4 ਪੱਧਰੀ ਪੰਚਾਇਤੀ ਰਾਜ ਦੀ ਸਥਾਪਨਾ। ਇਹਦਾ ਮਤਲਬ ਵੀ ਆਂਧਰਾ ਪ੍ਰਦੇਸ਼ ਅੱਗੇ 4 ਪੱਧਰੀ ਲਾਉਣਾ ਵਾ, ਆਂਧਰਾ ਪ੍ਰਦੇਸ਼ ਨੂੰ ਮੈਚ ਕਰਨਾ ਵਾ 4 ਪੱਧਰੀ ਪੰਚਾਇਤੀ ਰਾਜ ਨਾਲ। ਠੀਕ ਹੈ ਜੀ। ਰਾਜਸਥਾਨ ਨੂੰ ਕਰਨਾ ਵਾ 2 ਅਕਤੂਬਰ 1959 ਨਾਲ, ਕਿਉਂਕਿ ਰਾਜਸਥਾਨ ਵਿੱਚ 2 ਅਕਤੂਬਰ 1959 ਨੂੰ ਸ਼ੁਰੂਆਤ ਕੀਤੀ ਗਈ ਸੀ। ਅਸਾਮ ਜਿਹੜਾ ਵਾ ਉਹਦੇ ਵਿੱਚ 2 ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਹੈ ਤੇ 3 ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਪੂਰੇ ਭਾਰਤ ਵਿੱਚ ਹੁਣ ਲਾਗੂ ਕੀਤੀ ਗਈ ਹੈ ਨਵੇਂ ਕਾਨੂੰਨ ਅਨੁਸਾਰ। ਠੀਕ ਹੈ, ਸੋ ਇਸ ਤਰ੍ਹਾਂ ਇਹਨੂੰ ਮੈਚਿੰਗ ਕਰਨਾ, ਪੇਪਰ ਵਿੱਚ ਵੀ ਇਸੇ ਤਰ੍ਹਾਂ ਹੀ ਮੈਚਿੰਗ ਆਉਣੀ ਹੈ, ਤੁਸੀਂ ਜ਼ਰੂਰ ਕਰੋਗੇ। ਵੱਡੇ ਪ੍ਰਸ਼ਨ ਆ ਗਏ ਜੀ, ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਜਾਂ ਰਾਸ਼ਟਰੀ ਏਕੀਕਰਨ ਦੀਆਂ ਰੁਕਾਵਟਾਂ। ਤੇ ਦੂਜਾ ਆ ਮਹਾਤਮਾ ਗਾਂਧੀ ਜੀ ਦੇ ਦਰਸ਼ ਰਾਜ ਦੀ ਵਿਸ਼ੇਸ਼ਤਾਵਾਂ ਜਾਂ ਵਿਦੇਸ਼ੀ ਨੀਤੀ ਨੂੰ ਨਿਰਧਾਰਤ ਕਰਨ ਵਾਲੇ ਤੱਤ। ਸੋ ਆਪਾਂ ਇਹਨਾਂ 'ਚ 2 ਪ੍ਰਸ਼ਨ ਕਰਨੇ ਹੁੰਦੇ ਨੇ। 15ਵਾਂ ਜਿਹੜਾ ਇਹਦੇ ਵਿੱਚੋਂ ਵੀ ਦੋਵਾਂ ਵਿੱਚੋਂ ਇੱਕ, 15ਵਾਂ ਜਿਹੜਾ ਇਹਨਾਂ ਦੋਵਾਂ ਵਿੱਚੋਂ ਇੱਕ ਤੇ 16ਵਾਂ ਵੀ ਦੋਵਾਂ ਵਿੱਚੋਂ ਇੱਕ। ਆਪਾਂ ਇੱਕ ਪ੍ਰਸ਼ਨ ਨੂੰ ਥੋੜ੍ਹਾ ਜਿਹਾ ਡਿਸਕਸ ਜ਼ਰੂਰ ਕਰਾਂਗੇ। ਵਿਦੇਸ਼ ਨੀਤੀ ਨਿਰਧਾਰਤ ਤੱਤ ਆਓ ਆਪਾਂ ਹਲਕਾ ਜਿਹਾ ਡਿਸਕਸ ਜ਼ਰੂਰ ਕਰਦੇ ਹਾਂ, ਇੱਕ PDF ਦੇਖ ਕੇ ਉਹਦੇ ਨਾਲ ਰਿਲੇਟਡ, ਇਹਦੇ ਨਾਲ ਰਿਲੇਟਡ। ਸੋ ਸਭ ਤੋਂ ਪਹਿਲੇ ਭਾਰਤੀ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ। ਭਾਰਤੀ ਸੰਸਦੀ ਪ੍ਰਣਾਲੀ ਦੀ ਵਿਸ਼ੇਸ਼ਤਾ ਇਹ ਨੇ ਵੀ ਨਾ ਮਾਤਰ ਤੇ ਵਾਸਤਵਿਕ ਕਾਰਜਪਾਲਿਕਾ 'ਚ ਭੇਦ ਹੁੰਦਾ। ਭਾਰਤ ਵਿੱਚ ਨਾ ਮਾਤਰ ਕਾਰਜਪਾਲਿਕਾ ਰਾਸ਼ਟਰਪਤੀ ਹੈ, ਵਾਸਤਵਿਕ ਕਾਰਜਪਾਲਿਕਾ ਪ੍ਰਧਾਨ ਮੰਤਰੀ ਤੇ ਮੰਤਰੀ ਪਰਿਸ਼ਦ ਹੈਗਾ। ਸੋ ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਦੀ ਸਭ ਤੋਂ ਪਹਿਲੀ ਵਿਸ਼ੇਸ਼ਤਾ ਇਹ ਹੈ। ਦੂਜੀ ਵਿਸ਼ੇਸ਼ਤਾ ਹੈ ਪ੍ਰਧਾਨ ਮੰਤਰੀ ਦੀ ਅਗਵਾਈ। ਭਾਰਤੀ ਸੰਸਦ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਹੈ ਪ੍ਰਣਾਲੀ ਵਿੱਚ, ਸੰਸਦੀ ਪ੍ਰਣਾਲੀ ਵਿੱਚ। ਇਹਦਾ ਅਰਥ ਇਹ ਹੈ ਵੀ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਦੋਂ ਪ੍ਰਧਾਨ ਮੰਤਰੀ ਨੂੰ ਅਹੁਦੇ ਸਹੁੰ ਚੁਕਾਉਂਦਾ ਅਤੇ ਪ੍ਰਧਾਨ ਮੰਤਰੀ ਆਪਣੀ ਮਰਜ਼ੀ ਦੇ ਜਿਹੜੇ MP ਨੇ ਉਹਨਾਂ ਨੂੰ ਮੰਤਰੀ ਬਣਾਉਂਦਾ ਵਾ। ਫਿਰ ਉਹਨਾਂ ਦੀ ਉਹ ਪ੍ਰਧਾਨ ਮੰਤਰੀ ਅਗਵਾਈ ਹੁੰਦੀ ਹੈ, ਉਹ ਆਪਣੀ ਇੱਛਾ ਅਨੁਸਾਰ ਮੰਤਰੀ ਬਣਾਉਂਦਾ ਅਤੇ ਆਪਣੀ ਇੱਛਾ ਅਨੁਸਾਰ ਉਹਨਾਂ ਨੂੰ ਕੈਬਨਿਟ ਮੰਤਰੀ, ਰਾਜ ਮੰਤਰੀ, ਉਪ ਮੰਤਰੀ ਬਣਾਉਂਦਾ। ਫਿਰ ਉਸ ਤੋਂ ਬਾਅਦ ਆਪਣੀ ਇੱਛਾ ਅਨੁਸਾਰ ਹੀ ਉਹ ਉਹਨਾਂ ਨੂੰ ਜਿਹੜਾ ਅਹੁਦਿਆਂ ਦੀ ਵੰਡ ਕਰਦਾ ਵਾ ਅਤੇ ਉਹਨਾਂ ਦੀ ਵਿਭਾਗਾਂ ਦੀ ਵੰਡ ਕਰਦਾ ਵੀ ਕਿਹੜਾ ਮੰਤਰੀ ਹੋਏਗਾ, ਭਾਵ ਵਿੱਤ ਮੰਤਰੀ ਕੌਣ ਹੋਏਗਾ, ਖੇਤੀਬਾੜੀ ਮੰਤਰੀ ਕੌਣ ਹੋਏਗਾ, ਗ੍ਰਹਿ ਮੰਤਰੀ ਕੌਣ ਹੋਏਗਾ। ਇਹ ਸਾਰਾ ਪ੍ਰਧਾਨ ਮੰਤਰੀ ਦੀ ਇੱਛਾ 'ਤੇ ਨਿਰਭਰ ਕਰਦਾ। ਇਸੇ ਕਰਕੇ ਇਹਨੂੰ ਕਹਿੰਦੇ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਹੁੰਦੀ ਹੈ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ। ਨੈਕਸਟ ਹੈਗਾ ਜੀ ਤੀਜਾ ਪੁਆਇੰਟ ਵਿੱਚ ਲਿਖਣਾ ਆਪਾਂ, ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਵਿਚਕਾਰ ਗੂੜ੍ਹੇ ਸੰਬੰਧ। ਭਾਰਤ ਵਿੱਚ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਵਿੱਚ ਗੂੜ੍ਹੇ ਸੰਬੰਧ ਹੁੰਦੇ ਨੇ, ਭਾਵ ਕਾਰਜਪਾਲਿਕਾ ਦਾ ਮੈਂਬਰ ਕੋਈ ਤਾਂ ਹੀ ਬਣ ਸਕਦਾ ਜੇਕਰ ਉਹ ਵਿਧਾਨ ਪਾਲਿਕਾ ਦਾ ਮੈਂਬਰ ਨਹੀਂ। ਸੋ ਸਾਰੇ ਕਾਰਜਪਾਲਿਕਾ ਦੇ ਮੈਂਬਰ ਵਿਧਾਨ ਪਾਲਿਕਾ 'ਚੋਂ ਲਏ ਜਾਂਦੇ ਨੇ। ਸੋ ਭਾਰਤ ਵਿੱਚ ਇਹ ਵੀ ਪਰੰਪਰਾ ਕਿ ਕਾਰਜਪਾਲਿਕਾ ਦਾ ਕੋਈ ਮੈਂਬਰ ਬਾਹਰੋਂ ਵੀ ਮੰਤਰੀ ਲਿਆ ਜਾ ਸਕਦਾ, ਪਰ 6 ਮਹੀਨੇ ਦੇ ਅੰਦਰ ਅੰਦਰ ਉਸ ਨਵੇਂ ਮੰਤਰੀ ਨੂੰ ਵਿਧਾਨ ਪਾਲਿਕਾ ਭਾਵ ਲੋਕ ਸਭਾ ਜਾਂ ਰਾਜ ਸਭਾ ਦਾ ਮੈਂਬਰ ਬਣਨਾ ਪਏਗਾ, ਨਹੀਂ ਤਾਂ ਉਹਦਾ ਆਪਣੇ ਆਪ ਜਿਹੜਾ ਅਹੁਦਾ ਖਤਮ ਹੋ ਜਾਏਗਾ। ਚੌਥੀ ਗੱਲ ਹੈਗੀ ਹੈ ਮੰਤਰੀ ਪਰਿਸ਼ਦ ਦਾ ਵਿਧਾਨ ਪਾਲਿਕਾ 'ਤੇ ਕੰਟਰੋਲ। ਜਿਹੜਾ ਮੰਤਰੀ ਪਰਿਸ਼ਦ ਹੈ ਉਹ ਵਿਧਾਨ ਪਾਲਿਕਾ 'ਤੇ ਮੰਤਰੀ ਪਰਿਸ਼ਦ ਦਾ ਵਿਧਾਨ ਪਾਲਿਕਾ 'ਤੇ ਕੰਟਰੋਲ, ਵਿਧਾਨ ਪਾਲਿਕਾ ਦਾ ਮੰਤਰੀ ਪਰਿਸ਼ਦ 'ਤੇ ਕੰਟਰੋਲ ਹੁੰਦਾ ਵਾ, ਨਾ ਕਿ ਮੰਤਰੀ ਪਰਿਸ਼ਦ ਦਾ। ਇਹ ਪੁਆਇੰਟ ਥੋੜ੍ਹਾ ਜਿਹਾ ਇੱਥੇ ਰੋਂਗ ਲੱਗ ਰਿਹਾ, ਇਹਨੂੰ ਤੁਸੀਂ ਰਹਿਣ ਦਿਓ ਬੱਚੇ, ਇਹਨੂੰ ਨਾ ਕਰਿਓ। ਅਗਲਾ ਪ੍ਰਸ਼ਨ ਹੈ ਮੰਤਰੀ ਪਰਿਸ਼ਦ ਦੀ ਸਮੂਹਿਕ ਜ਼ਿੰਮੇਵਾਰੀ। ਮੰਤਰੀ ਪਰਿਸ਼ਦ ਜਿਹੜਾ ਸਮੂਹਿਕ ਤੌਰ 'ਤੇ ਜ਼ਿੰਮੇਵਾਰ ਹੁੰਦਾ। ਸੋ ਇਹਦਾ ਅਰਥ ਇਹ ਹੈ ਵੀ ਮੰਤਰੀ ਪਰਿਸ਼ਦ ਜਿਹੜਾ ਵਾ ਉਹ ਵਿਧਾਨ ਪਾਲਿਕਾ ਸਾਹਮਣੇ ਜ਼ਿੰਮੇਵਾਰ ਹੁੰਦਾ, ਅਤੇ ਜੇਕਰ ਉਹਦੇ
ਹਰੇਕ ਪ੍ਰਸ਼ਨ ਦਾ ਉੱਤਰ ਨਾ ਦੇ ਪਾਏ ਜਾਂ ਅਵਿਸ਼ਵਾਸ ਮਤਾ ਉਹਦਾ ਵਿਧਾਨ ਪਾਲਿਕਾ ਵਿੱਚ ਪਾਸ ਹੋ ਜੇ ਤੇ ਉਹਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈਂਦਾ। ਇਸ ਕਰਕੇ ਸਮੂਹਕ ਤੌਰ ਤੇ ਸਾਰੇ ਮੰਤਰੀ ਇਕੱਠੇ ਕਹਿੰਦੇ ਨੇ ਤੈਰਦੇ ਤੇ ਇਕੱਠੇ ਹੀ ਡੁੱਬਦੇ ਨੇ। ਨੈਕਸਟ ਹੈਗਾ ਵਿਅਕਤੀਗਤ ਜ਼ਿੰਮੇਵਾਰੀ। ਸਾਰੇ ਮੰਤਰੀ ਜਿਹੜੇ ਨੇ ਵਿਅਕਤੀਗਤ ਪਰਸਨਲ ਤੌਰ ਤੇ ਵੀ ਜ਼ਿੰਮੇਵਾਰ ਹੁੰਦੇ ਨੇ। ਜੇਕਰ ਉਹਨਾਂ ਕੋਲ ਕੋਈ ਗਲਤੀ ਹੋ ਜਾਏ ਤੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ, ਨਹੀਂ ਤੇ ਪ੍ਰਧਾਨ ਮੰਤਰੀ ਉਹਨੂੰ ਅਸਤੀਫਾ ਦੇਣ ਲਈ ਕਹਿ ਦਿੰਦਾ। 7ਵਾਂ ਜੀ ਮੰਤਰੀ ਪਰਿਸ਼ਦ ਦੀ ਮਿਆਦ ਨਿਸ਼ਚਿਤ ਨਹੀਂ। ਮੰਤਰੀ ਪਰਿਸ਼ਦ ਦੀ ਮਿਆਦ ਨਹੀਂ ਨਿਸ਼ਚਿਤ ਨਹੀਂ ਹੁੰਦੀ, ਉਹ ਉਦੋਂ ਤੱਕ ਆਪਣੇ ਅਹੁਦੇ ਤੇ ਰਹਿੰਦੀ ਹੈ ਜਦੋਂ ਤੱਕ ਮੰਤਰੀ ਪਰਿਸ਼ਦ ਕੋਲ ਵਿਧਾਨ ਪਾਲਿਕਾ ਦਾ ਵਿਸ਼ਵਾਸ ਮਤ ਹਾਸਲ ਹੈ, ਭਾਵ ਉੱਥੇ ਬਹੁਮਤ ਉਹਨਾਂ ਦਾ ਸਾਥ ਦਿੰਦਾ ਵਾ। ਸੋ ਇਸ ਕਰਕੇ ਮੰਤਰੀ ਪਰਿਸ਼ਦ ਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ। ਰਾਜਨੀਤਿਕ ਇਕਰੂਪਤਾ ਅਰਥ ਇਹ ਆ ਵੀ ਸਾਰੇ ਮੰਤਰੀ ਜਿਹੜੇ ਨੇ ਇੱਕੋ ਪਾਰਟੀ ਵਿੱਚੋਂ ਲਏ ਜਾਂਦੇ ਨੇ। ਹਾਲਾਂਕਿ ਭਾਰਤ ਵਿੱਚ ਇਹ ਵੀ ਪਰੰਪਰਾ ਵਾ, ਕਿਉਂਕਿ ਗੱਠਜੋੜ ਸਰਕਾਰਾਂ ਬਣਦੀਆਂ ਨੇ, ਰਲੀਆਂ ਮਿਲੀਆਂ ਸਰਕਾਰਾਂ ਬਣਦੀਆਂ ਨੇ, ਅਤੇ ਇਸ ਕਰਕੇ ਦੂਜੀਆਂ ਪੋਲੀਟੀਕਲ ਪਾਰਟੀਆਂ ਵਿੱਚੋਂ ਵੀ ਜਿਹੜੇ ਗੱਠਜੋੜ ਦੇ ਸਾਥੀ ਨੇ ਉਹਨਾਂ ਦੀ ਪੋਲੀਟੀਕਲ ਪਾਰਟੀਆਂ ਵਿੱਚੋਂ ਵੀ ਮੰਤਰੀ ਬਣਾਏ ਜਾਂਦੇ ਨੇ। ਸੋ ਰਾਜਨੀਤਿਕ ਇਕਰੂਪਤਾ ਦਾ ਭਾਰਤ ਵਿੱਚ ਅਰਥ ਇਹ ਹੈ ਵੀ ਉਹਨਾਂ ਦੇ ਰਾਜਨੀਤਿਕ ਵਿਚਾਰ ਹੁੰਦੇ ਨੇ, ਇਸੇ ਕਰਕੇ ਤੇ ਉਹ ਗੱਠਜੋੜ ਸਰਕਾਰਾਂ ਬਣਾਉਂਦੇ ਨੇ। 2004 ਤੋਂ ਲੈ ਕੇ 2014 ਤੱਕ ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ, ਜਿਹਦੀ ਅਗਵਾਈ ਕਾਂਗਰਸ ਕਰ ਰਹੀ ਸੀ, ਉਹਨੇ ਸਰਕਾਰ ਬਣਾਈ ਅਤੇ ਉਹਦੇ 'ਚ ਕਈ ਪਾਰਟੀਆਂ ਨੇ ਅਤੇ ਕਈ ਮੰਤਰੀ ਬਣੇ। ਉਸੇ ਤਰ੍ਹਾਂ 2014 ਤੋਂ ਲੈ ਕੇ ਹੁਣ ਤੱਕ 2021 ਤੱਕ ਜਿਹੜੀ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਹੈ 24 ਤੱਕ ਚੱਲੇਗੀ, ਚੱਲਣ ਦੀ ਸੰਭਾਵਨਾ ਹੈ, ਅਤੇ ਇਹਦੇ ਵਿੱਚ ਵੀ ਕਈ ਪੋਲੀਟੀਕਲ ਪਾਰਟੀਆਂ ਉਹਦੀਆਂ ਭਾਗੀਦਾਰ ਹੈਗੀਆਂ ਨੇ। 9ਵਾਂ ਜੀ ਵਿਰੋਧੀ ਦਲ ਦੇ ਨੇਤਾ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ। ਵਿਰੋਧੀ ਦਲ ਦਾ ਨੇਤਾ ਜਿਹੜਾ ਕਾਨੂੰਨੀ ਮਾਨਤਾ ਹੁੰਦੀ ਹੈ, ਭਾਰਤ ਵਿੱਚ ਸੰਸਦੀ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ ਕਿ ਵਿਰੋਧੀ ਦਲ ਦੇ ਨੇਤਾ ਨੂੰ ਵੀ ਕਾਨੂੰਨੀ ਮਾਨਤਾ ਪ੍ਰਾਪਤ ਹੁੰਦੀ ਹੈ, ਬਸ਼ਰਤੇ ਉਸਨੇ ਕੁੱਲ ਲੋਕ ਸਭਾ ਦੀਆਂ 10% ਸੀਟਾਂ ਪ੍ਰਾਪਤ ਕੀਤੀਆਂ ਹੋਣ। ਹਾਲਾਂਕਿ 2014 ਅਤੇ 2019 ਦੀਆਂ ਚੋਣਾਂ ਵਿੱਚ ਕਿਸੇ ਵਿਰੋਧੀ ਦਲ ਨੂੰ ਮਾਨਤਾ ਨਹੀਂ, ਕਿਉਂਕਿ ਕਿਸੇ ਵਿਰੋਧੀ ਪਾਰਟੀ ਨੇ 10% ਸੀਟਾਂ ਪ੍ਰਾਪਤ ਨਹੀਂ ਕੀਤੀਆਂ। ਅਗਲਾ ਜੀ ਮੰਤਰੀ ਪਰਿਸ਼ਦ ਦਾ ਆਕਾਰ ਜਾਂ ਨਿਸ਼ਚਿਤ ਹੈਗਾ ਵਾ। ਤੁਹਾਨੂੰ ਪਤਾ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਭਾਰਤ ਵਿੱਚ ਮੰਤਰੀ ਪਰਿਸ਼ਦ ਦਾ ਆਕਾਰ ਜਿਹੜਾ ਲੋਕ ਸਭਾ ਦਾ 15% ਰੱਖਿਆ ਗਿਆ ਵਾ। ਇਹਦਾ ਅਰਥ ਇਹ ਹੈ 82 ਤੋਂ ਵੱਧ ਮੰਤਰੀ ਜਿਹੜੇ ਨੇ ਕੇਂਦਰੀ ਮੰਤਰੀ ਮੰਡਲ ਵਿੱਚ ਨਹੀਂ ਹੋ ਸਕਦੇ। 11ਵਾਂ ਜ਼ਿੰਮੇਵਾਰ ਸਰਕਾਰ ਹੈ। 12ਵਾਂ ਲੋਕ ਸਭਾ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਭੰਗ ਕਰਨ ਦੀ ਵਿਵਸਥਾ ਹੈਗੀ ਹੈ। ਭੰਗ ਵੀ ਕੀਤਾ ਜਾ ਸਕਦਾ ਜੇਕਰ ਰਾਸ਼ਟਰਪਤੀ ਨੂੰ ਇਹ ਮਹਿਸੂਸ ਹੋਏ ਵੀ ਇਹ ਲੋਕਾਂ ਨੂੰ ਸਹੀ ਢੰਗ ਨਾਲ ਰਿਪਰੈਜ਼ੈਂਟ ਨਹੀਂ ਕਰ ਰਹੀ, ਅਤੇ ਉਹਨੂੰ ਭੰਗ ਕੀਤਾ ਜਾ ਸਕਦਾ। ਸੋ ਮੰਤਰੀ ਪਰਿਸ਼ਦ ਦੀ ਰਿਕਮੈਂਡੇਸ਼ਨ 'ਤੇ ਰਾਸ਼ਟਰਪਤੀ ਲੋਕ ਸਭਾ ਨੂੰ ਭੰਗ ਵੀ ਕਰ ਸਕਦਾ। ਮੰਤਰੀ ਪਰਿਸ਼ਦ ਦਾ ਆਕਾਰ ਜਿਹੜਾ ਉਹ ਨਿਸ਼ਚਿਤ ਹੈ। ਸੋ ਪਿਆਰੇ ਵਿਦਿਆਰਥੀ, ਉਹ ਜਿਹੜਾ 6 ਨੰਬਰ ਦਾ ਪ੍ਰਸ਼ਨ ਹੈ ਤੁਸੀਂ 150-160 ਸ਼ਬਦਾਂ ਵਿੱਚ ਹੀ ਦੇਣਾ। ਇਸ ਕਰਕੇ ਆਪਣੇ ਆਨਸਰ ਨੂੰ ਬਿਲਕੁਲ ਪ੍ਰੀਸਾਈਜ਼ ਰੱਖਣਾ ਅਤੇ 7-8 ਪੁਆਇੰਟ ਹੀ ਲਿਖਣੇ ਨੇ ਅਤੇ ਉਸੇ ਹਿਸਾਬ ਨਾਲ ਉੱਤਰ ਦੇਣਾ, ਤਾਂ ਕਿ ਤੁਹਾਡਾ ਉੱਤਰ ਜਿਹੜਾ ਉਹ 160 ਸ਼ਬਦਾਂ ਤੋਂ 2-4 ਸ਼ਬਦ ਵੱਧ ਘੱਟ ਹੋ ਜਾਣ, ਫਰਕ ਨਹੀਂ ਪੈਂਦਾ, ਪਰ ਬਹੁਤ ਲੰਬਾ ਚੌੜਾ ਲਿਖਣ ਦੀ ਲੋੜ ਨਹੀਂ, ਓਨਾ ਹੀ ਲਿਖਣਾ ਜਿੰਨਾ ਕਿ ਜ਼ਰੂਰਤ ਹੈ। ਸੋ ਆ ਵੀ ਉਹੀ ਹੈਗਾ ਨਾ ਮਾਤਰ ਸ੍ਰੀ ਕਾਰਜਪਾਲਿਕਾ, ਇਹ ਆਪਾਂ ਸਾਰੀ ਡਿਸਕਸ ਕਰ ਲਿਆ ਵਾ। ਸੋ ਅਗਲਾ ਜਿਹੜਾ ਆਪਾਂ ਗੱਲ ਕਰਾਂਗੇ, ਦੂਜਾ ਪ੍ਰਸ਼ਨ ਸੀਗਾ ਉਹਦੇ 'ਚ ਭਾਰਤ ਦੀ ਵਿਦੇਸ਼ ਨੀਤੀ ਦੇ ਨਿਰਧਾਰਕ ਤੱਤ। ਸੋ ਪਹਿਲਾ ਨਿਰਧਾਰਕ ਤੱਤ ਹੈਗਾ, ਦੂਜਾ ਪ੍ਰਸ਼ਨ ਸੀਗਾ ਤੁਹਾਨੂੰ ਪਤਾ 16ਵਾਂ ਪ੍ਰਸ਼ਨ ਸੀਗਾ ਨਿਰਧਾਰਕ ਤੱਤ ਵਾਲਾ। ਇਹ 'ਚ ਹੈਗਾ ਰਾਸ਼ਟਰੀ ਹਿੱਤ। ਸਭ ਤੋਂ ਪਹਿਲੀ ਗੱਲ, ਵਿਦੇਸ਼ ਨੀਤੀ ਦਾ ਨਿਰਧਾਰਕ ਤੱਤ ਕੀ ਹੈ? ਸਾਡੇ ਦੇਸ਼ ਦੀ ਸੰਸਾਰ ਦੇ ਸਾਰੇ ਦੇਸ਼ਾਂ ਤੋਂ ਸਹਿਯੋਗ ਪ੍ਰਾਪਤ ਕਰਨਾ, ਭਾਵ ਅਸੀਂ ਸਾਰੇ ਦੇਸ਼ਾਂ ਤੋਂ ਸਹਿਯੋਗ ਪ੍ਰਾਪਤ ਕਰਨਾ ਚਾਹੁੰਦੇ ਹਾਂ। ਸਾਡਾ ਰਾਸ਼ਟਰੀ ਹਿੱਤ ਇਹ ਕਹਿੰਦਾ, ਇਸ ਕਰਕੇ ਇਹ ਨਿਰਧਾਰਕ ਤੱਤ ਹੈ, ਸਾਡਾ ਰਾਸ਼ਟਰੀ ਹਿੱਤ ਹੈ। ਦੂਜਾ, ਅੰਤਰਰਾਸ਼ਟਰੀ ਗੁੱਟਬੰਦੀ ਤੋਂ ਆਪਾਂ ਦੂਰ ਰਹਿਣਾ ਚਾਹੁੰਦੇ ਹਾਂ, ਇਹ ਵੀ ਹੈਗਾ ਵਾ। ਸੋ ਇਸੇ ਕਰਕੇ ਭਾਰਤ ਨੇ ਜਿਹੜਾ ਵਾ ਨਾਇਮ ਅਪਣਾਇਆ, ਨੌਨ ਅਲਾਈਨਮੈਂਟ ਮੂਵਮੈਂਟ ਅਪਣਾਈ, ਗੁੱਟ ਨਿਰਪੱਖਤਾ ਅਪਣਾਈ ਵੀ ਅਸੀਂ ਕਿਸੇ ਗੁੱਟ ਵਿੱਚ ਸ਼ਾਮਲ ਨਹੀਂ ਹੋਣਾ। ਸਾਰਕ ਨੂੰ ਪ੍ਰਭਾਵਸ਼ਾਲੀ ਬਣਾਉਣ ਦਾ ਯਤਨ ਕਰਨਾ ਜਿਹੜਾ ਭਾਰਤ ਦੀ ਇੱਕ ਵਿਦੇਸ਼ ਨੀਤੀ ਦਾ ਬਹੁਤ ਵੱਡਾ ਨਿਰਧਾਰਕ ਤੱਤ ਹੈ। ਵੀ ਸਾਰਕ ਮਤਲਬ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ, ਤਾਂ ਕਿ ਜਿਹੜੇ ਸਾਡੇ ਗੁਆਂਢੀ ਦੇਸ਼ ਨੇ ਉਹਨਾਂ ਦੇ ਨਾਲ ਸਾਡਾ ਵੱਧ ਤੋਂ ਵੱਧ ਸਹਿਯੋਗ ਬਣ ਸਕੇ। ਅਗਲਾ ਹੈਗਾ ਪੂਰਬ ਵੱਲ ਵੇਖੋ ਦੀ ਨੀਤੀ ਨੂੰ ਧਿਆਨ ਵਿੱਚ ਰੱਖਣਾ। ਭਾਰਤ ਇਹ ਵੀ ਧਿਆਨ ਰੱਖਦਾ ਪੂਰਬ ਮਤਲਬ ਕਿਉਂਕਿ ਭਾਰਤ ਸੰਸਾਰ ਦੇ ਨਕਸ਼ੇ 'ਚ ਪੂਰਬ ਵਿੱਚ ਰਹਿੰਦਾ ਵਾ, ਇਸ ਕਰਕੇ ਪੂਰਬ ਵੱਲ ਵੇਖੋ ਦੀ ਨੀਤੀ ਨੂੰ ਭਾਰਤ ਅਪਣਾਉਣਾ ਚਾਹੁੰਦਾ ਵਾ। ਨੈਕਸਟ ਹੈਗਾ ਵਿਦੇਸ਼ ਨੀਤੀ ਦਾ ਨਿਰਧਾਰਕ ਤੱਤ ਜਿਹੜਾ ਸੈਨਿਕ ਤੱਤ ਵੀ ਹੈਗਾ। ਦੇਸ਼ ਦੀ ਸੈਨਿਕ ਸ਼ਕਤੀ ਨੂੰ ਮਜ਼ਬੂਤ ਬਣਾਉਣਾ। ਅਸੀਂ ਚਾਹੁੰਦੇ ਹਾਂ ਵੀ ਸਾਡੇ ਦੇਸ਼ ਦੀ ਸੈਨਿਕ ਸ਼ਕਤੀ ਇੰਨੀ ਮਜ਼ਬੂਤ ਰੱਖੀ ਜਾਏ ਵੀ ਜਿਹਨੂੰ ਕੋਈ ਵਿਦੇਸ਼ੀ ਜਿਹੜਾ ਹਮਲਾ ਕਰਨ ਬਾਰੇ ਸੋਚੇ ਵੀ ਨਾ। ਨੈਕਸਟ ਹੈਗਾ ਗੁੱਟ ਨਿਰਲੇਪਤਾ ਦੀ ਨੀਤੀ ਅਪਣਾਉਣਾ। ਅਸੀਂ ਗੁੱਟ ਨਿਰਲੇਪਤਾ ਦੀ ਨੀਤੀ ਇਸ ਕਰਕੇ ਅਪਣਾਈ ਤਾਂ ਕਿ ਅਸੀਂ ਬਾਕੀ ਦੇਸ਼ਾਂ ਕੋਲੋਂ, ਸਾਰੇ ਦੇਸ਼ਾਂ ਕੋਲੋਂ, ਸਾਰੇ ਵਿਰੋਧੀ ਗੁੱਟਾਂ ਕੋਲੋਂ ਵੀ ਸਹਾਇਤਾ ਪ੍ਰਾਪਤ ਕਰ ਸਕੀਏ ਜਦੋਂ ਵੀ ਸਾਨੂੰ ਜ਼ਰੂਰਤ ਹੋਏ। ਸੋ ਇਸ ਕਰਕੇ ਗੁੱਟ ਨਿਰਲੇਪਤਾ ਦੀ ਨੀਤੀ ਅਪਣਾਉਣ ਦਾ ਅਰਥ ਇਹ ਹੈ ਵੀ ਅਸੀਂ ਕਿਸੇ ਨਾਲ ਵੈਰ ਨਹੀਂ ਰੱਖਣਾ, ਪਰ ਸਗੋਂ ਸਾਰਿਆਂ ਨਾਲ ਚੰਗੇ ਸੰਬੰਧ ਰੱਖਣੇ ਨੇ, ਅਤੇ ਜਿਹਦੇ ਨਾਲ ਕੋਈ ਵੀ ਸਾਡਾ ਰਾਸ਼ਟਰੀ ਹਿੱਤ ਜੁੜਨ ਨੂੰ ਕਹੇਗਾ ਆਪਾਂ ਜ਼ਰੂਰ ਜੁੜਾਂਗੇ।
ਸੋ ਅਗਲਾ ਇਹਦੇ 'ਚ ਪੁਆਇੰਟ ਆ ਬੱਚਿਓ, ਆਪਾਂ ਅਗਲਾ ਪੁਆਇੰਟ ਦੇਖੀਏ ਇਹਦੇ 'ਚ ਕਿਹੜਾ ਸੀਗਾ। ਹਾਂ, ਨਿਰਧਾਰਕ ਤੱਤਾਂ ਦੇ ਵਿੱਚ ਇੱਕ ਹੈਗਾ ਅੰਤਰਰਾਸ਼ਟਰੀ ਸਥਿਤੀ। ਭਾਰਤ ਅੰਤਰਰਾਸ਼ਟਰੀ ਹਥਿਆਰਾਂ ਦੀ ਦੌੜ ਦਾ ਸਾਹਮਣਾ ਕਰਨਾ। ਸਾਰੇ ਸੰਸਾਰ ਜਿਹੜੇ ਨੇ ਅੰਤਰਰਾਸ਼ਟਰੀ ਦੌੜ ਲੱਗੀ ਹੈ ਹਥਿਆਰਾਂ ਦੀ, ਇਸ ਕਰਕੇ ਇਹ ਵੀ ਸਾਡੀ ਅੰਤਰਰਾਸ਼ਟਰੀ ਸਥਿਤੀ ਸਾਨੂੰ ਕਹਿੰਦੀ ਹੈ ਵੀ ਤੁਸੀਂ ਹਥਿਆਰ ਜਿਹੜੇ ਜ਼ਰੂਰ ਬਣਾਓ। ਅੰਤਰਰਾਸ਼ਟਰੀ ਅੱਤਵਾਦ ਨੂੰ ਖਤਮ ਕਰਨ ਦਾ ਯਤਨ ਕਰਨਾ। ਭਾਰਤ ਚਾਹੁੰਦਾ ਵੀ ਅੰਤਰਰਾਸ਼ਟਰੀ ਅੱਤਵਾਦ ਨੂੰ ਖਤਮ ਵੀ ਕੀਤਾ ਜਾਏ। ਇਸ ਤੋਂ ਬਾਅਦ ਅੰਤਰਰਾਸ਼ਟਰੀ ਸਥਿਤੀ ਨੂੰ ਮਜ਼ਬੂਤ ਬਣਾਉਣਾ ਸਾਡੇ ਦੇਸ਼ ਦੀ ਵਿਦੇਸ਼ ਨੀਤੀ ਦਾ ਇੱਕ ਮੁੱਖ ਤੱਤ ਰਿਹਾ ਹੈ। ਰੂਸ ਅਤੇ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਨਾਲ ਸ਼ਕਤੀ ਸੰਤੁਲਨ ਕਾਇਮ ਕਰਨਾ ਵੀ ਸਾਡੇ ਦੇਸ਼ ਦੀ ਵਿਦੇਸ਼ ਨੀਤੀ ਦਾ ਇੱਕ ਮੁੱਖ ਤੱਤ ਰਿਹਾ ਵਾ, ਕਿਉਂਕਿ ਰੂਸ ਜਿਹੜਾ ਬਹੁਤ ਵੱਡੀ ਤਾਕਤ ਰਿਹਾ ਵਾ ਅਤੇ ਅਮਰੀਕਾ ਹੁਣ ਵੀ ਇੱਕ ਚੰਗੀ ਵੱਡੀ ਤਾਕਤ ਹੈ। ਸੋ ਭਾਰਤ ਜਿਹੜਾ ਵਾ ਇਹਨਾਂ ਦੇ ਨਾਲ ਬੈਲੈਂਸ ਬਣਾ ਕੇ ਰੱਖਣ 'ਚ ਚੱਲਣ 'ਚ ਵਿਸ਼ਵਾਸ ਰੱਖਦਾ। ਸੋ ਇਸ ਕਰਕੇ ਇਹ ਵੀ ਇੱਕ ਜ਼ਰੂਰੀ ਤੱਤ ਹੈ। ਇਸ ਤੋਂ ਬਾਅਦ ਅਗਲਾ ਤੱਤ ਹੈ ਜੀ ਵਿਅਕਤੀਗਤ ਤੱਤ। ਵਿਅਕਤੀਗਤ ਤੱਤ ਦਾ ਅਰਥ ਇਹ ਹੈ, ਪੰਡਿਤ ਜਵਾਹਰ ਲਾਲ ਨਹਿਰੂ ਦਾ ਭਾਰਤ ਦੀ ਵਿਦੇਸ਼ ਨੀਤੀ 'ਤੇ ਬਹੁਤ ਵੱਡਾ ਪ੍ਰਭਾਵ ਸੀਗਾ। ਉਹਨਾਂ ਨੇ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਅਜਿਹੀ ਪਾਲਿਸੀ ਅਪਣਾਈ ਵੀ ਜਿਹਦੇ ਨਾਲ ਦੇਸ਼ ਹੈ ਜਿਹੜਾ ਉਹ ਜ਼ਿਆਦਾ ਵਿਕਸਿਤ ਕਰ ਸਕੇ। ਇਸੇ ਕਰਕੇ ਉਹਨਾਂ ਨੇ ਗੁੱਟ ਨਿਰਲੇਪਤਾ ਦੀ ਨੀਤੀ ਅਪਣਾਈ ਤਾਂ ਕਿ ਅਸੀਂ ਦੋਵਾਂ ਗੁੱਟਾਂ ਕੋਲੋਂ ਜੇ ਸਹਾਇਤਾ ਪ੍ਰਾਪਤ ਦੀ ਲੋੜ ਹੋਏ ਤਾਂ ਦੋਵਾਂ ਤੋਂ ਪ੍ਰਾਪਤ ਕਰ ਸਕੀਏ। ਬਰਤਾਨਵੀ ਉਦਾਰਵਾਦ ਦਾ ਪ੍ਰਭਾਵ। ਬਰਤਾਨਵੀ ਉਦਾਰਵਾਦ ਜਿਹੜਾ ਵਾ ਉਹਦਾ ਭਾਰਤ 'ਤੇ ਬਹੁਤ ਜ਼ਿਆਦਾ ਅਸਰ ਸੀਗਾ। ਹਾਲਾਂਕਿ ਭਾਰਤ ਬਰਤਾਨੀਆ ਤੋਂ ਹੀ ਆਜ਼ਾਦ ਹੋਇਆ ਸੀ। ਸੋ ਇਸ ਕਰਕੇ ਇਹਦਾ ਬਹੁਤ ਪ੍ਰਭਾਵ ਪਿਆ ਸਾਡੇ ਦੇਸ਼ ਦੀ ਵਿਦੇਸ਼ ਨੀਤੀ 'ਤੇ। ਨੈਕਸਟ ਹੈਗਾ ਅਮਰੀਕਾ ਅਤੇ ਪੂਰਬ ਦੇ ਦੇਸ਼ਾਂ ਨਾਲ ਸੰਬੰਧ। ਭਾਰਤ ਦੇ ਅਮਰੀਕਾ ਅਤੇ ਪੂਰਬ ਦੇ ਦੇਸ਼ਾਂ ਨਾਲ ਬਹੁਤ ਚੰਗੇ ਸੰਬੰਧ ਰਹੇ ਨੇ, ਜਿਸ ਕਰਕੇ ਇਹ ਵੀ ਵਿਦੇਸ਼ ਨੀਤੀ ਦਾ ਬਹੁਤ ਵੱਡਾ ਨਿਰਧਾਰਕ ਤੱਤ ਰਿਹਾ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ, ਬਦਲਦੀ ਸੋਚ ਜਿਹੜੀ ਹੈ, ਇਹ ਸਾਡੀ ਵਿਦੇਸ਼ ਨੀਤੀ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਹੈ। ਪਹਿਲੇ 5 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸਾਰੇ ਦੇਸ਼ਾਂ ਦੇ ਨਾਲ ਸੰਪਰਕ ਸਥਾਪਿਤ ਕੀਤੇ ਅਤੇ ਬਹੁਤ ਸਾਰੇ ਦੇਸ਼ਾਂ ਦੀ ਵਿਜ਼ਿਟ ਕੀਤਾ ਅਤੇ ਭਾਰਤ ਦੀ ਇੱਕ ਵੱਖਰੀ ਜਿਹੜੀ ਹੈ ਸੋਚ ਨੂੰ ਅਪਣਾਇਆ ਅਤੇ ਸਾਰੇ ਸੰਸਾਰ ਦੇ ਸਾਹਮਣੇ ਆਪਣੇ ਦੇਸ਼ ਦਾ ਵਧੀਆ ਪੱਖ ਸਾਹਮਣੇ ਰੱਖਿਆ, ਜਿਸ ਕਰਕੇ ਸਾਡੀ ਜਿਹੜੀ ਵਿਦੇਸ਼ ਨੀਤੀ ਹੈ ਉਹਦੇ 'ਤੇ ਨਰਿੰਦਰ ਮੋਦੀ ਹੋਣਾ ਦੇ 2014 ਤੋਂ 2019 ਦੇ ਕਾਰਜਕਾਲ ਦਾ ਬਹੁਤ ਪ੍ਰਭਾਵ ਪਿਆ। ਸੰਵਿਧਾਨਕ ਤੱਤਾਂ ਦੇ ਵਿੱਚ ਆਪਾਂ ਜੇ ਵਿਦੇਸ਼ ਨੀਤੀ ਦੇ ਨਿਰਧਾਰਕ ਤੱਤਾਂ ਦੀ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਵਧਾਉਣ ਦਾ ਯਤਨ ਕਰਨਾ। ਭਾਰਤ ਦੇ ਸੰਵਿਧਾਨ ਦੀ ਧਾਰਾ 51 ਦੇ ਵਿੱਚ ਇਹ ਚੀਜ਼ਾਂ ਬਾਰੇ ਜ਼ਿਕਰ ਕੀਤਾ ਗਿਆ ਵਾ। ਵੱਖ-ਵੱਖ ਰਾਸ਼ਟਰਾਂ ਵਿਚਕਾਰ ਨਿਆਂ ਅਤੇ ਸਤਿਕਾਰ ਨੂੰ ਸਥਾਪਿਤ ਕਰਨ ਬਾਰੇ ਕਿਹਾ ਗਿਆ ਹੈ। ਅੰਤਰਰਾਸ਼ਟਰੀ ਕਾਨੂੰਨ ਅਤੇ ਸੰਧੀਆਂ ਪ੍ਰਤੀ ਸਤਿਕਾਰ ਨੂੰ ਵਧਾਉਣ ਵਾਸਤੇ ਕਿਹਾ ਗਿਆ ਵਾ ਅਤੇ ਅੰਤਰਰਾਸ਼ਟਰੀ ਝਗੜਿਆਂ ਨੂੰ ਆਪਸੀ ਗੱਲਬਾਤ ਦੁਆਰਾ ਹੱਲ ਕਰਨ ਦੇ ਯਤਨ ਵਾਸਤੇ ਕਿਹਾ ਗਿਆ। ਸੋ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਆਰਟੀਕਲ 51 ਵਿੱਚ ਇਹ ਕਿਹਾ ਗਿਆ ਵਾ ਵੀ ਭਾਰਤ ਦੀ ਵਿਦੇਸ਼ ਨੀਤੀ ਅਜਿਹੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਭੂਗੋਲਿਕ ਤੱਤ ਇਹ ਨੇ, ਭਾਰਤ ਦਾ 3 ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਣਾ। ਭਾਰਤ 3 ਪਾਸਿਆਂ ਤੋਂ ਸਮੁੰਦਰ ਵਿੱਚ ਘਿਰਿਆ ਹੋਇਆ, ਇਸ ਕਰਕੇ ਇਹ ਵੀ ਵਿਦੇਸ਼ ਨੀਤੀ ਨੂੰ ਬਹੁਤ ਪ੍ਰਭਾਵਿਤ ਕਰਦਾ। ਦੂਜੇ ਦੇਸ਼ਾਂ ਦੁਆਰਾ ਸਮੁੰਦਰ ਵਿੱਚ ਸੈਨਿਕ ਅੱਡੇ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ, ਜਿਵੇਂ ਡੀਗੋ ਗ੍ਰੇਸ਼ੀਆ ਦੇ ਵਿੱਚ USA ਜਿਹੜਾ ਆਪਣਾ ਇੱਕ ਬੇਸ ਸਥਾਪਿਤ ਕਰ ਚੁੱਕਾ। ਸੋ ਭਾਰਤ ਨੂੰ ਇੱਥੋਂ ਹੀ ਅਲਰਟ ਰਹਿਣਾ ਪੈਂਦਾ ਕਿ ਤਾਂ ਕਿ ਹਿੰਦ ਮਹਾਸਾਗਰ ਦੇ ਵਿੱਚ, ਸਮੁੰਦਰ ਦੇ ਵਿੱਚ ਜਿਹੜੇ ਦੂਜੇ ਦੇਸ਼ਾਂ ਦੇ ਸੈਨਿਕ ਅੱਡੇ ਜਿਹੜੇ ਨੇ ਉਹ ਸਥਾਪਿਤ ਹੋਣਗੇ ਅਤੇ ਇਹਦਾ ਅਰਥ ਇਹ ਆ ਵੀ ਭਾਰਤ ਨੂੰ ਵੀ ਆਪਣਾ ਜਿਹੜੀ ਆ ਨੈਵਲ ਪਾਵਰ ਜਿਹੜੀ ਉਹ ਵਧਾਉਣੀ ਪੈਂਦੀ ਹੈ। ਪੱਛਮ ਵਿੱਚ ਪਾਕਿਸਤਾਨ ਅਤੇ ਉੱਤਰ ਵਿੱਚ ਚੀਨ ਦੁਆਰਾ ਪੈਦਾ ਕੀਤੀਆਂ ਗਈਆਂ ਸਮੱਸਿਆਵਾਂ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ ਹੈ ਅਤੇ ਉੱਤਰ ਵਿੱਚ ਚੀਨ ਹੈ। ਸੋ ਜਿਹੜਾ ਕਈ ਵਾਰ ਟਕਰਾਅ ਦਾ ਕਾਰਨ ਬਣਦਾ ਰਹਿੰਦਾ ਵਾ। ਸੋ ਇਸ ਕਰਕੇ ਗਲਵਾਨ ਘਾਟੀ ਦੇ ਵਿੱਚ ਵੀ ਚੀਨ ਨਾਲ ਭਾਰਤ ਦੀ ਝੜਪ ਹੋ ਚੁੱਕੀ ਹੈ। ਕਸ਼ਮੀਰ ਘਾਟੀ ਵਿੱਚ ਤੇ ਜਿਹੜਾ ਬਾਰਡਰ ਹੈ, ਇੱਥੇ ਤੇ ਛੋਟ-ਪੁੱਟ ਘਟਨਾਵਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ ਅਤੇ ਬਹੁਤ ਵਾਰ ਜਿਹੜੀ ਹੈ ਗੋਲੀਬਾਰੀ ਹੁੰਦੀ ਰਹਿੰਦੀ ਹੈ। ਸੋ ਇਸ ਕਰਕੇ ਇਹ ਸਾਡੇ ਦੇਸ਼ ਦੀ ਮਜਬੂਰੀ ਹੈ ਵੀ ਇਹਨਾਂ ਪੱਖਾਂ ਨੂੰ ਬਹੁਤ ਮਜ਼ਬੂਤ ਰੱਖਣਾ ਪਏਗਾ। ਬੰਗਲਾਦੇਸ਼ੀ ਸ਼ਰਨਾਰਥੀ ਜਿਹੜੇ ਨੇ ਉਹ ਵੀ ਭਾਰਤ ਵਿੱਚ ਆ ਜਾਂਦੇ ਨੇ। ਸੋ ਭਾਰਤ ਨੂੰ ਆਪਣੀ ਵਿਦੇਸ਼ ਨੀਤੀ ਜਿਹੜੀ ਇਸ ਨੂੰ ਵੀ ਧਿਆਨ 'ਚ ਰੱਖ ਕੇ ਬਣਾਉਣਾ ਪੈਂਦਾ। ਸੋ ਲਾਸਟਲੀ ਆਪਾਂ ਗੱਲ ਕਰਾਂਗੇ, ਆਜ਼ਾਦੀ ਤੋਂ ਬਾਅਦ ਭਾਰਤੀ ਇਤਿਹਾਸ ਜਿਹੜਾ ਆਰਥਿਕ ਤੱਤ ਨੇ ਉਹਦਾ ਨਿਰਮਾਣ ਕਰਨਾ ਜ਼ਰੂਰੀ ਸੀ। ਉਸ ਤੋਂ ਬਾਅਦ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਨੂੰ ਉਤਸ਼ਾਹ ਅੱਜ ਕੱਲ੍ਹ ਦਿੱਤਾ ਜਾ ਰਿਹਾ। ਇਹ ਸਾਡੀ ਵਿਦੇਸ਼ ਨੀਤੀ ਦਾ ਇੱਕ ਪ੍ਰਮੁੱਖ ਹਥਿਆਰ ਹੈ। ਇਸੇ ਕਰਕੇ ਸਾਰੀਆਂ ਸਰਕਾਰਾਂ ਹੁਣ FDI ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਪਹਿਲ ਦੇਣਾ ਚਾਹੁੰਦੀਆਂ ਨੇ। ਦੇਸ਼ ਦੇ ਉਪਭੋਗਤਾਨ ਸੰਤੁਲਨ ਨੂੰ ਕਾਬੂ ਕਰਨਾ, ਇਹ ਵੀ ਇੱਕ ਸਾਡੇ ਵਿਦੇਸ਼ ਨੀਤੀ ਦਾ ਇੱਕ ਪ੍ਰਮੁੱਖ ਹਿੱਸਾ ਬਣ ਚੁੱਕਾ। ਸੋ ਦੇਸ਼ ਦੀ ਉਦਯੋਗਿਕ ਉਤਪਾਦਨ ਅਤੇ ਆਮਦਨ ਵਿੱਚ ਵਾਧਾ ਕਰਨਾ, ਇਹ ਵੀ ਵਿਦੇਸ਼ ਨੀਤੀ ਦਾ ਇੱਕ ਬਹੁਤ ਵੱਡਾ ਹਿੱਸਾ ਬਣ ਚੁੱਕਾ। ਲਾਸਟਲੀ ਇਤਿਹਾਸਕ ਜਿਹੜਾ ਹਾਲਾਂਕਿ ਸ਼ੁਰੂ ਦਾ ਟੌਪਿਕ ਹੈ ਵੀ ਇਤਿਹਾਸਕ ਤੱਥ ਵੀ ਸਾਡੇ ਦੇਸ਼ ਵਾਸਤੇ ਬਹੁਤ ਮਹੱਤਵਪੂਰਨ ਨੇ। ਵਿਦੇਸ਼ ਨੀਤੀ ਲਈ ਦੇਸ਼ ਦਾ ਇਤਿਹਾਸ ਬਹੁਤ ਲੰਬਾ ਆ। ਇਤਿਹਾਸਕ ਵਿਰਸਾ ਸਾਡਾ ਜਿਹਨੂੰ ਅਸੀਂ ਕਾਇਮ ਵੀ ਰੱਖਣਾ ਅਤੇ ਅੱਗੇ ਚਾਲੂ ਵੀ ਬਚਾ ਕੇ ਵੀ ਰੱਖਣਾ।
ਪੁਰਾਣੀਆਂ ਸਾਂਝਾਂ ਕਈ ਦੇਸ਼ਾਂ ਨਾਲ ਸਾਡੇ ਦੇਸ਼ ਦੀਆਂ ਪੁਰਾਣੀਆਂ ਸਾਂਝਾਂ ਨੇ, ਜਿਵੇਂ ਬੰਗਲਾਦੇਸ਼ ਨਾਲ ਹੈ, ਸ਼੍ਰੀਲੰਕਾ ਨਾਲ ਹੈ, ਪਾਕਿਸਤਾਨ ਵੀ ਪਹਿਲੇ ਭਾਰਤ ਦਾ ਭਾਗ ਸੀਗਾ। ਉਸ ਤੋਂ ਇਲਾਵਾ ਅਸੀਂ ਕਾਮਨਵੈਲਥ ਦਾ ਮੈਂਬਰ ਇਸੇ ਕਰਕੇ ਬਣੇ ਰਹੇ ਹਾਂ ਤਾਂ ਕਿ ਅਸੀਂ ਪੁਰਾਣੀ ਸਾਂਝ ਨੂੰ ਅਗਾਂਹ ਵਧਾ ਸਕੀਏ। ਸਾਮਰਾਜਵਾਦ, ਬਸਤੀਵਾਦ ਅਤੇ ਨਸਲਵਾਦ ਦਾ ਭਾਰਤ ਨੇ ਹਮੇਸ਼ਾ ਵਿਰੋਧ ਕੀਤਾ ਹੈ ਅਤੇ ਸ਼ਾਂਤੀ, ਅਹਿੰਸਾ ਅਤੇ ਸਹਿਣਸ਼ੀਲਤਾ ਵਿੱਚ ਅਸੀਂ ਵਿਸ਼ਵਾਸ ਪ੍ਰਗਟਾਇਆ। ਸੋ ਇਹ ਸਾਰੇ ਵਿਦੇਸ਼ ਨੀਤੀ ਦੇ ਤੱਤ ਸਨ। ਮੈਨੂੰ ਆਸ ਹੈ ਕਿ ਇਸ ਕੁਐਸਚਨ ਪੇਪਰ ਦੇ ਇਸ ਜਿਹੜੇ ਟੌਪਿਕ ਨੇ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਜ਼ਰੂਰ ਪੇਪਰ ਦੇ ਵਿੱਚ, ਫਾਈਨਲ ਐਗਜ਼ਾਮ ਵਿੱਚ ਹੈਲਪ ਕਰਨਗੇ। ਸੋ ਪਿਆਰੇ ਵਿਦਿਆਰਥੀਓ, ਇਹਨੂੰ 2-3 ਵਾਰ ਰਿਪੀਟ ਕਰਕੇ ਸੁਣ ਕੇ ਅਤੇ ਤੁਸੀਂ ਇਹਦਾ ਲਾਭ ਉਠਾ ਸਕਦੇ ਹੋ। ਲੈਕਚਰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਡੀਓ ਵੇਖਣ ਲਈ ਤੁਹਾਡਾ ਸ਼ੁਕਰੀਆ। ਤੁਸੀਂ ਇਹ ਵੀਡੀਓ ਜਿਹੜੀ ਆ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਜਿਹੜੇ ਵਿਦਿਆਰਥੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਾਉਣ। ਬਹੁਤ ਬਹੁਤ ਧੰਨਵਾਦ। ਕਨਸੈਪਟ ਗੁਰੂ ਏਕੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।